वाहिगुरु जी का खालसा वाहिगुरु जी की फतेह। भगत पावन भगत वत्सल दयानंद स्वामी श्री गुरु ग्रंथ साहिब जियां दी सुभागी गोद विच बड़े ही सत्कार सहित आप जी जुड़ बैठे हो। सो समा होया सतगुरां दी पावन गुर इतिहास कथा दा। आओ इस समय को सफला बनाइए। चल रहे पावन प्रसंगां दे विचों आप जी ने सरवण कीता सी स्वामी सतगुरु गुरु नानक साहब सच्चे पातशाह जी का परिवार शगन की रस्म नूं अदा करने वास्ते पक्खों के रंधावे पहुंचे है। खतरियां दी कुल दे मुताबिक शरणाचार किया गया। पिता जी चाहते सन विआह दा साहा चिट्ठी छेती प्राप्त हो जावे, पर मूलचंद जी ने 1 साल साहा भेजण तो ही इनकार कर दिता। वापस सुल्तानपुर लोधी की पावन धरती ते आए ने। इत्थे भी कुल दीआं रीतां होईयां। हुण सतगुरां दे पिता जी अपने नगर राय भोए की तलवंडी वापस जाना चाहते हैं। डूम रासी भाई मरदाना जी के मन में ही आया, मैं गुरां नूं मिल आवां। वो भी सच्चे पातशाह जी के नाल मुलाकात करने वास्ते मोदी खाने पहुंच गए। इन्हां सारे प्रकरणां नूं आप जी ने बड़े विस्तार सहित सरवण कीता है। आओ कुछ समा मन चित व्यक्तियां नूं एकाग्र चित बनाइए। पाओ प्रेम दी सांझ बख्शो आसीस गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। अत उत्सव सो भई सगाई, मुझ दीजै निस अवै वधाई। जिस वेले मेहता कल्याण चंद जी ने नाल आए परिवार नूं अपना फरमान सुनाया भी सवेर हुंदियां आपां ने इत्थों विदायगी ले लैनी है, क्योंकि अजे ते विआह दा चित चेता भी नहीं। वो किहड़े दिन होणगे, किहड़ा समा होएगा, किहड़ा काल होएगा। जदों भाई मरदाना जी ने सुनिया भी सवेरे चले जाना है, मन विच फुरना आया क्यों ना अपने स्वामी मालिक गुरु नानक साहब जी नूं मिल के ते आवां। भाई मरदाना कल्ला ही आया। गुरु नानक साहब जी नूं आके नमस्कार कीती, कोल बह गया। हुण मित्र ने बेशक मित्रता बहुत गूढ़ी है, पर शिष्टाचार बहुत वड्डा है। नमस्कार महाराज नूं कीती। गुरु साहब दे कोल पलंगा पिया सी। सतगुर कहंदे बैठ मरदानिया, किवें होना होया? कहंदे मेरा चित करदा सी मैं अपने जजमान कोलों कुछ मंग ला। मन सी मेरा मैं अपने मालिक दे कोलों
ਮਰਜ਼ੀ ਦੀ ਵਸਤੂ ਲੈ ਜਾ। ਓ ਸੁਖ ਰਸ ਵਾਸ ਮੇਰਾ ਸੀ, ਧਰੋ ਸਦਾ ਮੈਂ ਰਾਵਰ ਆਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਿੰਡ ਦੇ ਕਈ ਮਿੱਤਰਾਂ ਦੇ ਬਾਰੇ ਪੁੱਛਿਆ ਭਾਈ ਮਰਦਾਨਾ ਜੀ ਤੋਂ, ਜੋ ਬਚਪਨ ਵਿੱਚ ਨਾਲ ਖੇਡਦੇ ਸੀ, ਜਿਹੜੇ ਜਾਣਦੇ ਨੇ ਗੁਰੂ ਸਾਹਿਬ ਨੂੰ ਅੰਦਰੋਂ। ਭਾਈ ਮਰਦਾਨਾ ਬੇਸ਼ੱਕ ਰਾਏ ਭੋਏ ਤਲਵੰਡੀ ਦੀਆਂ ਗੱਲਾਂ ਕਰਦਾ ਹੈ, ਪਰ ਉਹਨਾਂ ਗੱਲਾਂ 'ਚ ਉਹਦਾ ਚਿੱਤ ਨਹੀਂ, ਕਿਉਂਕਿ ਅੰਦਰ ਤੇ ਕਹਿੰਦਾ ਕੁਛ ਮਿਲ ਜੇ। ਸੁਭਾਵਿਕ ਗੱਲ ਹੈ, ਬੰਦੇ ਦੀ ਸੁਰਤ ਵਿੱਚ ਜੋ ਬੈਠਾ ਨਾ, ਉਹ ਦੁਨੀਆ ਦੇ ਕੰਮ ਵੀ ਕਰੀ ਜਾਏ ਪਰ ਸੁਰਤ ਰਹਿੰਦੀ ਉੱਥੇ ਹੀ। ਭਾਈ ਮਰਦਾਨਾ ਜੀ ਦੀ ਸੁਰਤ ਦੇ ਵਿੱਚ ਮਾਇਆ ਖੜੀ ਹੈ, ਪਦਾਰਥ ਖੜੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਨਗਰ ਦੀ ਗੱਲ ਕਰਦੇ ਨੇ, ਉਹਦੀ ਸੁਰਤ 'ਚ ਮਾਇਆ ਬੈਠੀ ਹੈ। ਕਹਿੰਦਾ ਮਹਾਰਾਜ ਮੈਂ ਤੁਹਾਡੀ ਕੁੱਲ ਦਾ ਮਰਾਸੀ ਹਾਂ, ਤੁਹਾਡੇ ਪਰਿਵਾਰ ਦਾ, ਤੇ ਜੇ ਤੁਹਾਡੇ ਘਰੇ ਖੁਸ਼ੀ ਆ ਤੇ ਸਾਡੇ ਵੀ ਤੇ ਹੋਣੀ ਚਾਹੀਦੀ ਆ। ਸਤਿਨਾਮ। ਉਹ ਕਾਹਦੀ ਹੈ? ਤੁਹਾਡੇ ਘਰ ਦੀ ਖੁਸ਼ੀ ਸਾਡੇ ਘਰ ਮਾਇਆ ਡਿੱਗੇ ਤੇ ਸਾਨੂੰ ਵੀ ਖੁਸ਼ੀ ਹੈ। ਕੱਲੀਆਂ ਖੁਸ਼ੀਆਂ ਕਿਸੇ ਕੰਮ ਨਹੀਂ। ਗਰੀਬ ਲੋੜਵੰਦ ਬੰਦਾ ਵਸਤੂ ਪਦਾਰਥ ਤੇ ਮਾਇਆ ਲੈ ਕੇ ਉਹਦੀ ਜ਼ਿੰਦਗੀ ਦੀ ਵੱਡੀ ਖੁਸ਼ੀ ਉਹੀ ਹੁੰਦੀ ਹੈ। ਜ਼ਿੰਦਗੀ ਦੀ ਖੁਸ਼ੀ ਕੀ ਹੈ? ਜਿਸ ਵਸਤੂ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਪਰ ਅਜੇ ਤੱਕ ਮਿਲੀ ਨਹੀਂ, ਉਹਨੂੰ ਪ੍ਰਾਪਤ ਕਰਨਾ ਹੀ ਬੰਦੇ ਦਾ ਮਨਸੂਬਾ ਤੇ ਖੁਸ਼ੀ ਬਣ ਜਾਂਦੀ ਹੈ। ਹੁਣ ਭਾਈ ਮਰਦਾਨਾ ਜੀ ਪਰਿਵਾਰ ਕਰਕੇ ਗਰੀਬ ਨੇ ਤੇ ਉਹਨਾਂ ਦੀ ਖੁਸ਼ੀਆਂ ਵੀ ਛੋਟੀਆਂ ਛੋਟੀਆਂ ਨੇ। ਉਹਨਾਂ ਇਹ ਤੇ ਨਹੀਂ ਚਾਹਿਆ ਨਾ ਵੀ ਮੈਨੂੰ ਵੱਡਾ ਘਰ ਬਣਾ ਕੇ ਦੇ ਦਿਓ, ਨਹੀਂ। ਜਿੰਨਾ ਕਿ ਇਨਸਾਨ ਦਾ ਦਾਇਰਾ ਸੋਚਦਾ ਹੋਏਗਾ ਉਹ ਉਨੀ ਵਸਤੂ ਵਿੱਚ ਖੁਸ਼ ਹੈ। ਜਿੰਨੀਆਂ ਛੋਟੀਆਂ ਖੁਸ਼ੀਆਂ 'ਚ ਖੁਸ਼ ਰਹੇਗਾ ਇਨਸਾਨ, ਉਨਾ ਜ਼ਿਆਦਾ ਲੰਮੀ ਜ਼ਿੰਦਗੀ ਜਿਉਂਦਾ ਹੈ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਮੈਂ ਤੁਹਾਡੀ ਕੁੱਲ ਦਾ, ਤੁਹਾਡੇ ਪਰਿਵਾਰ ਦਾ ਮਰਾਸੀ ਹਾਂ, ਤੇ ਤੁਹਾਡੇ ਤੋਂ ਮੰਗਣਾ ਹਰਜ ਨਹੀਂ, ਮੇਰਾ ਹੱਕ ਹੈ। ਨਰ ਅਨੇਕ ਤੁਮ ਤੇ ਵਰਸਾਨੇ, ਭਾਵੇਂ ਜਾਚਕ ਨਿਜ ਮਨ ਭਾਨੇ। ਬੜੀ ਮਿਹਰਬਾਨੀ ਹੈ ਤੁਹਾਡੀ ਮੋਦੀ ਖਾਨੇ ਵਿੱਚ ਆਪ ਜੀ ਨੇ ਗਰੀਬਾਂ ਨੂੰ, ਲੋੜਵੰਦਾਂ ਨੂੰ ਮਸੀਹੇ ਬਣ ਕੇ ਬੜਾ ਕੁਝ ਦਿੱਤਾ ਹੈ। ਹੁਣ ਜਿਹੜੀ ਮਰਾਸੀਆਂ ਦੀ ਕੁੱਲ ਹੁੰਦੀ ਹੈ, ਉਹ ਸੁਭਾਅ ਹੁੰਦਾ ਉਹਨਾਂ ਦਾ ਸਿਫਤ ਕਰਨੀ। ਪੰਡਤ ਤੇ ਮਰਾਸੀ ਤੇ ਇੱਕ ਸਾਡੇ ਵਾਲਾ ਡਿਪਾਰਟਮੈਂਟ, ਥੋੜਾ ਜਿਹਾ ਸਾਵਧਾਨੀ ਰਹੋ। ਆਖੋ ਸਤਿਨਾਮ। ਤਾਰੀਫ ਕਰਕੇ ਜੀਭ ਢਿੱਲੀ ਕਰਨਾ ਵਿਰਾਸਤ ਹੁੰਦੀ ਹੈ। ਹੁਣ ਇਹ ਸਤਿਗੁਰਾਂ ਦੀ ਤਾਰੀਫ ਕਰਦਾ ਹੈ ਹੋਰ ਤਰੀਕੇ ਨਾਲ। ਇਹ ਨਹੀਂ ਕਹਿੰਦਾ ਭਾਈ ਮਰਦਾਨਾ ਤੁਸੀਂ ਰੱਬ ਹੋ, ਤੁਸੀਂ ਪਰਮਾਤਮਾ ਹੋ। ਉਹ ਸਿਫਤਾਂ ਕਰਦੇ ਨੇ ਭਾਈ ਬਾਲਾ ਦੀ, ਕਿਉਂਕਿ ਅੰਦਰ ਤੋਂ ਕਰਦੇ ਨੇ। ਹੁਣ ਭਾਈ ਮਰਦਾਨਾ ਸਿਫਤ ਕਰਦਾ ਹੈ ਸਿਰਫ ਪਦਾਰਥ ਲਈ, ਮਾਇਆ ਲਈ। ਬੜੇ ਲੋਕ ਤੁਹਾਨੂੰ ਮਿਲਦੇ ਆ, ਤੁਹਾਨੂੰ ਪੰਪ ਮਾਰ ਕੇ ਜੋ ਮਰਜ਼ੀ ਲੈ ਲੈਣ, ਸਿਫਤ ਕਰਕੇ ਤੁਹਾਡੀ ਜੇਬ ਜਦੋਂ ਮਰਜ਼ੀ ਢਿੱਲੀ ਕਰ ਦੇਣ, ਕਿਉਂਕਿ ਬੰਦੇ ਦੀ ਕਮਜ਼ੋਰੀ ਹੁੰਦੀ ਆ ਆਪਣੀ ਸਿਫਤ ਸੁਣਨੀ। ਪਰ ਗੁਰੂ ਬਾਬਾ ਗੁਰੂ ਨਾਨਕ ਪਾਤਸ਼ਾਹ ਇਹਨਾਂ ਚੀਜ਼ਾਂ ਤੋਂ ਉੱਚੇ ਨੇ। ਇਸ ਕਰਕੇ ਭਾਈ ਮਰਦਾਨਾ ਜੀ ਦੀ ਸਪਸ਼ਟ ਗੱਲ ਕਰੀਏ ਵੀ ਦਾਲ ਨਹੀਂ ਗਲਦੀ। ਜਿਹੜੇ ਸੰਦਰਭ 'ਚ ਉਹ ਆਖਦੇ ਆ ਨਾ, ਜਦੋਂ ਪਿਤਾ ਜੀ ਕੋਲ ਜਾ ਕੇ ਕਹਿੰਦੇ ਆ ਤੁਹਾਡੀ ਵੇਲ ਵਧੇ, ਪਰਿਵਾਰ ਤੁਹਾਡਾ ਵਧੇ, ਸਾਰੀ ਜਹਾਨ ਦੀਆਂ ਖੁਸ਼ੀਆਂ ਤੁਹਾਡੇ ਕੋਲ ਆਉਣ, ਬਾਪੂ ਕੱਢ ਕੇ ਜੇਬ 'ਚ ਮਾਇਆ ਚਾਕੋ ਮਰਦਾਨੇ ਅਸੀਂ ਸਾਹਮਣੇ ਸੋਚਦੇ ਆ ਲੋੜਵੰਦ ਹੈ, ਗਰੀਬ ਹੈ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਨਜ਼ਰ ਵਿੱਚ ਨਾ ਕੋਈ ਗਰੀਬ ਆ ਤੇ ਨਾ ਕੋਈ ਅਮੀਰ ਹੈ। ਉਹਨਾਂ ਦੇ ਕੋਲ ਜਿਹੋ ਜਿਹਾ ਜਗਿਆਸੂ ਆਉਂਦਾ ਉਹ ਉਹੋ ਜਿਹੀ ਭਾਵਨਾ ਵੇਖ ਕੇ ਪਦਾਰਥ ਦੇ ਦਿੰਦੇ। ਭਾਈ ਮਰਦਾਨਾ ਕੇਵਲ ਕੁਝ ਪਦਾਰਥਾਂ ਕਰਕੇ ਸਤਿਗੁਰਾਂ ਕੋਲ ਆਇਆ। ਉਹਨੇ ਆਪਣਾ ਮਕਸਦ ਕਲੀਅਰ ਕਰਤਾ। ਕਹਿੰਦਾ ਮਾਲਕ ਜੀ ਕੁਛ ਮਾਇਆ, ਕੁਛ ਕੱਪੜੇ ਦੇ ਦਿਓ ਪਹਿਨਣ ਵਾਸਤੇ। ਤੇ ਗੁਰੂ ਸਾਹਿਬ ਬੜਾ ਮੁਸਕਰਾਏ। ਉਹ ਸਤਿਗੁਰਾਂ ਦੀਆਂ ਸਿਫਤਾਂ ਕਰੀ ਜਾਏ, ਮਰਦ ਤੁਸੀਂ ਬੜੇ ਸੂਝਵਾਨ, ਬੜੇ ਸਿਆਣੇ। ਹਰ ਇੱਕ ਗੱਲ ਯਾਦ ਰੱਖਿਓ, ਭਾਈ ਮਰਦਾਨਾ ਜੀ ਕੋਈ ਆਮ ਨਹੀਂ, ਫਿਲਹਾਲ ਆਮ ਨੇ। ਆ ਜਿਹੜੇ ਜੋੜ ਸੁਣ ਰਹੇ ਹੋ ਨਾ, ਹਜੇ ਉਹਨਾਂ ਤੇ ਬਹੁਤ ਵੱਡੀ ਬਖਸ਼ਿਸ਼ ਨਹੀਂ ਹੋਈ। ਇੱਕ ਬਖਸ਼ਿਸ਼ ਹੈ ਵੀ ਜਿਹੜੇ ਸਤਿਗੁਰਾਂ ਦੇ ਮਿੱਤਰ ਨੇ। ਇਹ ਵੀ ਕੋਈ ਛੋਟੀ ਕਿਰਪਾ ਨਹੀਂ, ਇਹ ਕਿਰਪਾ ਹੈ। ਪਰ ਇਹ ਕਿਰਪਾ ਵੱਡੀ ਬਖਸ਼ਿਸ਼ ਵਿੱਚ ਤਬਦੀਲ ਹੋਏਗੀ। ਉਸ ਦਿਨ ਤੋਂ ਬਾਅਦ ਭਾਈ ਮਰਦਾਨਾ ਜੱਗ ਤਾਰਨ ਦਾ ਬਹਾਨਾ ਬਣੇਗਾ।
ਅਜੇ ਤੇ ਉਹ ਸੰਸਾਰੀ ਬਿਰਤੀ 'ਚ ਜੀ ਰਹੇ ਆ। ਗੁਰੂ ਸਾਹਿਬ ਕੋਲ ਸਿਰਫ ਉਹ ਡਿਮਾਂਡ ਲੈ ਕੇ ਆਏ ਨੇ ਪਦਾਰਥਾਂ। ਕਹਿੰਦੇ ਮਹਾਰਾਜ ਮੈਂ ਤੁਹਾਡੀ ਕੁੱਲ ਦਾ ਰੂਹ ਹਾਂ, ਜੇ ਤੁਸੀਂ ਮਾਇਆ ਨਾ ਦਿੱਤੀ, ਤੁਸੀਂ ਪਦਾਰਥ ਨਾ ਦਿੱਤੇ, ਅਸੀਂ ਕੀ ਤੋਂ ਮੰਗਣਾ ਏ। ਅਬ ਲੋ ਮੈਂ ਨਾ ਜਾਚਨਾ ਕੀਨੀ, ਤੁਮ ਪਿਤ ਦੇਤ ਵਸਤ ਸੋ ਲੀਨੀ। ਪਾਤਸ਼ਾਹ ਮੈਂ ਅੱਜ ਤੁਹਾਡੇ ਤੋਂ ਪਹਿਲੀ ਵਾਰ ਮੰਗਣ ਆਇਆ। ਭਾਈ ਮਰਦਾਨਾ ਜੀ ਸੱਚਮੁੱਚ ਪਹਿਲੀ ਵਾਰ ਗੁਰੂ ਸਾਹਿਬ ਤੋਂ ਮੰਗਣ ਆਏ ਨੇ। ਖੁਸ਼ੀਆਂ ਦਾ ਸਮਾਂ ਸੀ, ਸ਼ਗਨਾਂ ਦਾ ਵੇਲਾ ਹੈ। ਕਹਿੰਦੇ ਅੱਜ ਤੱਕ ਮੈਂ ਤੁਹਾਡੇ ਪਿਤਾ ਤੋਂ ਮੰਗਿਆ, ਜਿੰਨਾ ਕੁ ਮੰਗਿਆ ਉਹਨਾਂ ਓਨਾ ਹੀ ਦਿੱਤਾ, ਜ਼ਿਆਦਾ ਨਹੀਂ। ਜਿੰਨੀ ਕੁ ਡਿਮਾਂਡ ਕਰਦੇ ਸੀ ਸਤਿਗੁਰਾਂ ਦੇ ਪਿਤਾ ਜੀ ਉਨੀ ਕੁ ਦੇ ਕੇ ਰੱਖਦੇ ਸੀ ਮਾਇਆ। ਕਹਿੰਦੇ ਇਹਨਾਂ ਲੋਕਾਂ ਨੂੰ ਸਿਰ ਨਹੀਂ ਚੜਾਉਣਾ, ਇਹਨਾਂ ਨੂੰ ਉੱਥੇ ਤੱਕ ਹੀ ਰੱਖਿਆ ਜਾਵੇ ਜਿੱਥੇ ਤੱਕ ਇਹਨਾਂ ਦਾ ਲੈਵਲ ਹੈ। ਲੋੜ ਤੋਂ ਵੱਧ ਕੇ ਕਰੋਗੇ ਤੁਹਾਡਾ ਮਜ਼ਾਕ ਹੀ ਉਡਾਉਣਗੇ। ਗੁਰੂ ਸਾਹਿਬ ਦੇ ਪਿਤਾ ਜੀ ਭਾਈ ਮਰਦਾਨੇ ਨੂੰ ਉਹਨਾਂ ਕੀ ਦਿੰਦੇ ਆ ਜਿੰਨੇ ਕੁ ਸੈੱਟ ਰਹਿੰਦੇ ਨੇ ਉਹ। ਪਰ ਉਹ ਕਹਿੰਦੇ ਮਹਾਰਾਜ ਮੈਂ ਤੇ ਤੁਹਾਡੇ ਕੋਲ ਪਹਿਲੀ ਵਾਰ ਮੰਗਣ ਆਇਆ। ਮਹਾਰਾਜ ਕਹਿੰਦੇ ਮਰਦਾਨਿਆ ਕੀ ਦਈਏ ਤੈਨੂੰ। ਕਹਿੰਦੇ ਜੀ ਪਹਿਲੀ ਵਾਰ ਮੰਗਣ ਆਇਆ ਤੇ ਦੇਖੋ ਫਿਰ ਕੀ ਦੇਣਾ ਚਾਹੀਦਾ। ਮਤਲਬ ਬਹੁਤ ਵੱਡੀ ਮੰਗ ਹੋਣੀ ਕੋਈ। ਪਹਿਲੀ ਵਾਰ ਤੋਂ ਭਾਵ ਕੀ ਹੈ ਵੀ ਕੁਝ ਵਿਸ਼ੇਸ਼ ਦਿਓ, ਕੁਝ ਖਾਸ ਦੇ ਦਿਓ। ਘਟ ਦਾਨੀ ਸੁਣ ਕਹਿ ਬਾਨੀ, ਬੋਲੇ ਮਿਰਦਲ ਪਰਮ ਸੁਖ ਸਾਨੀ। ਸੁੱਖਾਂ ਦੇ ਘਰ ਸਤਿਗੁਰ ਮੁਸਕਰਾ ਕੇ ਬੜੇ ਪਿਆਰ ਵਿੱਚ ਮਿੱਠੇ ਮਿੱਠੇ ਬੋਲ ਕਹਿੰਦੇ ਮਰਦਾਨਾ ਜੀ। ਗੁਰੂ ਸਾਹਿਬ ਜਦ ਵੀ ਬੋਲਦੇ ਸੀ ਜੀ ਸ਼ਬਦ ਬੜਾ ਵਰਤਦੇ ਸੀ, ਸੁਭਾਵਕ ਰਸਨਾ ਤੇ ਸੀ ਉਹਨਾਂ ਦੇ। ਭਾਈ ਮਰਦਾਨਿਆ ਮੰਗ ਕੀ ਮੰਗਦਾ। ਜਦੋਂ ਗੁਰੂ ਸਾਹਿਬ ਨੇ ਵਚਨ ਕਹਿਤਾ ਜੀ, ਹੁਣ ਜਿਹੜਾ ਛੋਟੀ ਜੀ ਵਸਤੂ ਦੀ ਡਿਮਾਂਡ ਲੈ ਕੇ ਆਇਆ ਹੁੰਦਾ ਫਿਰ ਉਹਦੇ ਲਈ ਤੇ ਸਮੁੰਦਰ ਹੁੰਦਾ ਨਾ। ਮੰਗ ਕੀ ਮੰਗਣਾ। ਹੁਣ ਮੈਂ ਮੰਗਾ ਕਿਸੇ ਤੋਂ ਵੀ ਮੈਨੂੰ 5 ਮੀਟਰ ਕੱਪੜਾ ਦੇ ਦਿਓ, ਅਗਲਾ ਕਹਿੰਦਾ ਯਾਰ ਦੁਕਾਨ ਚੱਕ, ਸਭ ਕੁਝ ਦੇ ਰਿਹਾ। ਕਿੰਨੀ ਵੱਡੀ ਖੁਸ਼ੀ ਹੈ। ਗੁਰੂ ਨਾਨਕ ਸਾਹਿਬ ਆਖਣ ਲੱਗੇ ਭਾਈ ਬਾਲਾ ਜੀ ਕੋਲ ਬੈਠੇ ਨੇ ਉਸ ਹੱਟ ਤੇ। ਮਰਦ ਕਹਿੰਦੇ ਅੱਜ ਜੋ ਮੰਗੇਗਾ ਉਹ ਹੀ ਦੇਵਾਂਗੇ, ਕਿਉਂਕਿ ਭਾਈ ਮਰਦਾਨੇ ਨੇ ਵਾਸਤਾ ਦਿੱਤਾ ਜੀ ਤੁਹਾਡੇ ਤੋਂ ਪਹਿਲੀ ਵਾਰ ਮੰਗਿਆ। ਹਮੇਸ਼ਾ ਤੁਹਾਡੇ ਪਿਤਾ ਤੋਂ ਮੰਗਦਾ ਰਿਹਾ। ਪਹਿਲਾਂ ਤੁਹਾਡੇ ਤੋਂ ਤਾਂ ਨਹੀਂ ਸੀ ਮੰਗਿਆ, ਤੁਸੀਂ ਕਮਾਉਂਦੇ ਹੀ ਨਹੀਂ ਸੀ। ਹੁਣ ਤੁਸੀਂ ਕਮਾਉਣ ਲੱਗ ਪਏ, ਤੁਹਾਡਾ ਆਪਣਾ ਕੰਮ ਕਾਜ ਹੈ। ਪਿਤਾ ਦੇ ਕੋਲੋਂ ਮੰਗਣਾ ਉਹ ਸਾਡੀ ਅਲੱਗ ਗੱਲਬਾਤ ਹੈ। ਸਾਡਾ ਉਹਨਾਂ ਨਾਲ ਜਿਹੜਾ ਸਹਿਚਾਰ ਹੈ ਉਹਨਾਂ ਨਾਲ ਹੀ ਹੈ, ਪਰ ਤੁਹਾਡੇ ਨਾਲ ਅੱਜ ਤੋਂ ਸ਼ੁਰੂ ਹੈ। ਵੇਖਿਓ ਕਿਤੇ ਖਾਲੀ ਮੋੜ ਨਾ ਦਿਓ। ਜੋਨ ਮਨੋਰਥ ਮਨ ਹੋਵੇ ਤੇਰੇ, ਕਰੋ ਬਚਨ ਦੇਵੋ ਬਿਨ ਦੇਰੇ। ਗੁਰੂ ਸਾਹਿਬ ਕਹਿੰਦੇ ਮਰਦਾਨਾ ਜੀ ਮਨ ਦਾ ਮਨੋਰਥ ਦੱਸੋ ਚਾਹੀਦਾ ਕੀ ਹੈ, ਬਿਨਾਂ ਦੇਰੀ ਤੋਂ ਦੇਵਾਂਗੇ। ਜਦੋਂ ਗੁਰੂ ਸਾਹਿਬ ਨੇ ਪਰਮਿਸ਼ਨ ਦਿੱਤੀ ਵੀ ਜੋ ਮੰਗੇਗਾ ਦੇਵਾਂਗੇ, ਭਾਈ ਮਰਦਾਨਾ ਸੋਚੀ ਪੈ ਗਿਆ ਵੀ ਮੰਗਾਂਗੀ ਵੀ ਜੇ ਥੋੜਾ ਬਹੁਤਾ ਮੰਗ ਲਿਆ ਹੋ ਸਕਦਾ ਗੁਰੂ ਬਾਬਾ ਜੀ ਕੁਝ ਵੱਡਾ ਦੇਣਾ ਚਾਹੁੰਦੇ। ਮੈਂ ਕਹਾਂ ਜੀ 5 ਰੁਪਏ ਦੇ ਦਿਓ, ਉਹ 50 ਦੇਣ ਨੂੰ ਫਿਰਦੇ ਹੋ। ਚਿੰਤਾ ਚ ਪੈ ਗਏ। ਜਦੋਂ ਬੰਦੇ ਦੇ ਸਾਹਮਣੇ ਆਪਸ਼ਨਾਂ ਕਾਫੀ ਹੋ ਜਾਣ ਨਾ ਫਿਰ ਦੁੱਧਾ ਚ ਪੈ ਜਾਂਦਾ ਹੈ। ਸਤਿਗੁਰਾਂ ਫੇਰ ਆਖਿਆ ਕਹਿੰਦੇ ਮਰਦਾਨੇ ਅੱਜ ਜੋ ਮੰਗ ਲਏਗਾ ਬਸ ਉਹੀ ਦੇ ਦੇਵਾਂਗੇ। ਹਮਰੋ ਹੈ ਤੁਝ ਸੰਗ ਇੱਕ ਕਾਜੋ, ਅਬਲਾ ਕਾ ਪੂਰੋ ਨਿਜ ਆਜੋ। ਗੁਰੂ ਸਾਹਿਬ ਨੇ ਫਿਰ ਅਗਲਾ ਬਚਨ ਕਹਿਤਾ ਕਹਿੰਦੇ ਤੇਰੀ ਅਸੀਂ ਮੰਨਾਂਗੇ, ਸਾਡੀ ਤੂੰ ਮੰਨੀ। ਭਾਈ ਮਰਦਾਨਾ ਵੇਖੇ ਵੀ ਕਿਤੇ ਆਈ ਨਾ ਕਹਿ ਦੇਣ ਵੀ ਮੋਦੀ ਖਾਨੇ ਸਾਡੇ ਨਾਲ ਕੰਮ ਕਰਾਇਆ ਕਰ। ਚਿੰਤਾ ਪੈ ਗਈ, ਸੋਚਣ ਲੱਗ ਗਏ। ਮਰਦ ਕਹਿੰਦੇ ਮੰਨੇਗਾ ਫਿਰ ਉਹਨਾਂ ਦਾ ਖਿਆਲ ਆਇਆ ਵੀ ਚਲ ਵੱਡਾ ਸਮਾਨ ਕਾਹਨੂੰ ਕੁਛ ਮੰਗਣਾ ਹੈ, ਥੋੜੇ ਦੀ ਸਾਰੇ ਨੇ। ਜੇ ਮੈਂ ਕਹਿਤਾ ਜੀ ਮੈਨੂੰ ਇੰਨੀ ਮਾਇਆ ਇੰਨੇ ਪਦਾਰਥ ਦੇ ਦਿਓ, ਮਰਦ ਕਹਿਣਗੇ ਸਾਡੇ ਨਾਲ ਹੀ ਹੱਕ। ਗੁਰੂ ਸਾਹਿਬ ਕਹਿੰਦੇ ਅੱਜ ਤੂੰ ਜੋ ਮੰਗੇਗਾ ਤੈਨੂੰ ਅੱਜ ਹੀ ਦੇਵਾਂਗੇ, ਪਰ ਸਾਡਾ ਕੰਮ ਵੀ ਤੈਨੂੰ ਅੱਜ ਹੀ ਕਰਨਾ ਪੈਣਾ। ਖੁਦਾ ਦਾ ਨਾਮ ਫਿਰ ਹਲਕੇ ਜਿਹੇ ਹੋ ਕੇ ਬੋਲੇ। ਆਹ ਜਿਹੜੇ ਤੁਹਾਨੂੰ ਰੋਜ਼ ਮਿਲਦੇ ਆ ਨਾ ਭਾਈ ਸਾਹਿਬ ਹੁਕਮ ਕਰੋ ਜੀ, ਕਦੇ ਕਦੇ ਚੈੱਕ ਕਰ ਲੈਣੇ ਚਾਹੀਦੇ ਆ। ਇਹ ਬੜੇ ਮਿਲਦੇ ਆ ਆਪਾਂ ਨੂੰ, ਜਨਾਬ ਹੁਕਮ ਕਰੋ ਤੁਹਾਡੇ ਲਈ ਜਾਨ ਹਾਜ਼ਰ ਹੈ। ਉਹ ਜਿੱਦਣ ਫੋਨ ਕਰਕੇ ਬੁਲਾਓਗੇ ਮੁੜ ਕੇ ਫੋਨ ਵੀ ਨਹੀਂ ਚੱਕਣਗੇ। ਆਖੋ ਸਭ ਨਾਮ ਜਾਨ ਹਾਜ਼ਰ ਵਾਲਿਆਂ ਤੋਂ ਬਚੋ, ਕੰਮ ਨਹੀਂ ਆਉਂਦੇ। ਭਾਈ ਮਰਦਾਨਾ ਜੀ ਨੂੰ ਗੁਰੂ ਸਾਹਿਬ ਨੇ ਕੋਈ ਬਚਨ ਆਖਿਆ ਜਿਹਨੇ ਸਾਰੀ ਜ਼ਿੰਦਗੀ ਮੰਗਣਾ ਸਿੱਖਿਆ ਦੇ ਸਕਦਾ ਉਹ।
कदे मंगते तो जाके मंग लियो, दे दूं तुहानू कुछ। ते देण वाला दाता वंडण वाला कदे मंग नहीं सकदा, भुखा रह जू। शेर कदे घा नहीं खांदा, कदे नहीं खांदा, क्योंकि उन्हें पता है मांस मिल गया ठीक है, नहीं मिलिया ते भुखे मरना मंजूर है। पर भाई मरदाना जी फिलहाल दुनियावी बिरती च सोचते आ भी मैं इन्हां तो कुछ मंग भी वड्डा लिया, पहली वार करके हो सकता है वध माया की उन्हां दी चाहत होवे, वध पदार्थ, क्योंकि मरासी कोल है। ਵਧਾਈਆਂ 'ਚ ਕੀ ਹੁੰਦਾ जी, कपड़े मिल जाते हैं, पैसे मिल जाते हैं, कोई घर की वस्तु दे दिंदा है। चिंता 'ਚ पै गई। मर्द कहते मरदानिया दस फिर मंजूर है भाई? हल्की जी आवाज में कहना हाँ जी, मतलब दबी जी आवाज है, रली मिली जी, बहुत खुश नहीं है भी किते ये थोड़ा पता भी काम उन्होंने की कह देना है, की कहना चाहते नहीं पता। हाँ पता लग गया उस तो बाद भावे आवाज उच्ची हो जाए। सतगुर कहते मरदाने अज जो मंग ला देख की मंगना, तिन्ने समयां दे विचों, लोक अते परलोक दे विचों, इस धरती असमान दे विचों, पदार्थां दे विचों, जहान दे विचों जो मंगेगा, जो मतलब तेरी चॉइस है। बाणी पढ़ते हैं ना, जो मांगे है ठाकुर अपने ते सोई सोई देवे। गुरु साहब ने ऑप्शन देती, जो शब्द दे नाल सोई सोई, मतलब ओह देंगे जो जो मंगेगा। वो की है? मानसिक तौर पर भी हो सकता है, शरीरक तौर पर भी हो सकता है, दुनियावी तौर पर भी हो सकता है। तिन्ने चीज़ां जो संसार दे विच ने, तिन्नां दे विचों जो मर्जी मंग लो, मर्जी तेरी है। सतगुरां ने भी ऑप्शन देती भाई मरदाना जी नूं भी किते कल्ले कपड़ियां कुपड़ियां जोगा ना रह जी। अज तेरी सुरत दा तल वेखना तू किथे खड़े। गुरु साहब गुरु हरगोबिंद पातशाह को भाई गोपाल नाथ जी जपजी साहब का पाठ सुणाउंदे आ ना, मर्द ने जो बाणी सुनी, पाठ सुनिया, की सोचते आ भी दुनिया में तिन्ने लोगों च इहो जी कोई चीज़ नहीं जो असीं सिख नूं बाणी की शुद्ध जाप के पिछे दे दीए। मर्द गुरता गति दी उठन लगे भी आही दे सकते हैं गुरु नानक साहब की गुरगति, ये तो बड़ा तो है ही कुछ नहीं तिन्ने लोगों के विचों। ते भाई गोपाले दे मन च ख्याल आ गया भी गुरु साहब लगदा उठ के चले ने, जिहड़ा तबेले च घोड़ा खड़िया मित्रा उही मंग लाखो सब नाम उठी रहे बादशाह। बाद में समाप्ति तो सच्चे पातशाह कहते हो प्यारिया तू एक घोड़ा मंग के बह गया, तेनों तिन्ने जहाना दे मालिक दी थां देण लगी सी। फिर हैरान कई बार ना मनुख अपनी मंग बड़ी छोटी रखदा ते रब वड्डा देना चाहुंदा है। सोचियो भाई मरदाना जी की मंग की है? कपड़े, पैसे, मठियाई, शरण, यही है। गुरु साहब की देना चाहते हैं, वो सोच भी सकते नहीं। मरदाना गुण के मन सवारत, कहे देहो को भलो पदार्थ। भाई मरदाना जी ने अपने मन च विचारिया भी मैनू मंगना की चाहिए, मन नाल सलाह की। हुण कहंदे जो सोचदा लैवल आ उत्थे तक ही गल करनी है। तुसीं अपने दिमाग दी मत अकल सोच तो वध नहीं सोच सकते। सामने वाला व्यक्ति हो सकता है तुहाडे तो 50 साल लगे होंदे सोच विच, ते मेरी सोच होवे उहदा लैवल बड़ा छोटा है, ते मैं उस बंदे नूं अपनी सोच दे लैवल दे विच ही दबदा रहना। ये किवें दा है, ये किवें दा होएगा, की कर सकदा है? जरूरी नहीं जिथे मैं सोचदा वो भी उही सोचदा होवे। हो सकता है जिहड़ी सोच मेरी अज है उन्हें 20 साल पहला सोचिया होवे, ते जा हो सकता है उस बंदे की सोच 20 साल बाद ये आए जो साडे दिल च चलदा है। ये आपां नहीं नोट कर सकते। भाई मरदाना जी ने अपने संदर्भ के मुताबिक सोचिया भी आपां ये कहने मर्द माया वध दे दो। जे गुरु साहब के पिता जी 4 रुपये देंदे इन्हां तों 8 ले लैंदे, जो 2 कपड़े देणगे तू 4 ले लांगे, मोदी खाना नाले राशन ले चलांगे। मंग आ गई ना उन्हां दी मरासियां दी मानी मर्द ने जान लिया भी मंग बहुत छोटी मंगने आया कहते हरखियो और कृपताई, जम तुमरो कर दियो दवाई। मर्द कहते मरदानिया जे तू सोचे है जो सोच रहे हैं ਉਹਦੇ ਨਾਲ ਰੱਜ ਦੇਗਾ, ਤ੍ਰਿਪਤੀ ਆ ਜੂਗੀ। ਤ੍ਰਿਪਤੀ ਤੋਂ ਭਾਵ ਵੀ ਅੱਜ ਤੈਨੂੰ ਇਹ ਦੇਤਾ
कल तो बाद दोबारा यह नहीं मंगेगा। जे अज लैके मका के राशन कल फिर आ गया, फिर की फायदा। भाई मरदाने ने मन च सोच लिया, उन्हें अपने मनोरथ मन अर्थ जो मन की लोड़ है, मन की चाहत है भी मेरे परिवार विच मेरे घर विच की कुछ चाहिए, उन्होंने ख्यालों बुन लिया भी इन्नी कमाया गुरु साहब मैनू दे देन, मेरा समा गुजर बसर हो जाए। क्योंकि गरीब अपनी सुरत के मुताबिक मंगता है, वो तो वड्डा नहीं सोच सकता, जिन्नी को मत होनी नहीं सोचता। महाराज ने दूजी बार फिर आख्या कि मरदाने कोई होर मनोरथ कर ले, कुछ होर वड्डा मंग ले। हुण फिर उन्हें की मंगना है भी चलो जे एक पंड देणगे राशन की तो 2 मंग लेंगे, जे 8 रुपए देणगे 16 मंग लेंगे, वो तो बिरती उस ट्रैक ते चलनी है। गुरु नानक पातशाह तिलां दियां जानण वाले भाई मरदाने दा चेहरा वेख फिर मुस्कुरा पए ने। है रावर को मुझे भरोसा, सम उदार को निपना सोसा। भाई मरदाना जी सतगुਰਾਂ ਦੇ बचਨਾਂ ਨੂੰ सुन के कहते महाराज मैनू तुहाडे ते बहुत भरोसा है, तुसी अपने आप ही दे दिओ, मैं की मंगा की मंगा तुहाडे। किते ना किते भाई मरदाना जी सियाणप करदे आ भी जे मैं थोड़ा मंग लिया हो सकदा मालक ने वध देना होवे, भी मालक अपनी सुरत के मुताबिक ही दे, उन्होंने पता हुंदा भी मेरे नौकर नूं किन्नी जरूरत है। कहते महाराज तुसी जो दोगे चंगा ही दोगे, भला ही दोगे, मेरे भले वास्ते दोगे, अज तुसी जो देता मैनू परवाह नहीं। मतलब उन्होंने कोई सीमा तय नहीं की मैनू की चाहिए और कितना भी चाहिए। स्पष्ट जी गल आए तो माया लैनी ने, शगन की होता है, खुशी की है, बधाई की है, पर वो कहते तुसी अपनी खुशी नाल जो दे दोगे मैं उहदे च संतुष्ट हाँ। जरूरी नहीं है दुनिया संतुष्ट है। बधाई मंगण वालिया ने 5100 भी मंगिया, 51,000 भी मंगिया, तो देने वाला 1100 ते अड़िया, उत्थे भी दुखी होकर फड़ के लेके जाते हैं। नहीं करना, पहला कह जो मर्जी दे दो, बाद चो पछताते। गुरु नानक साहब सच्चे पातशाह नूं भाई मरदाना जी फिर तो कहन लगे मालिक जी जजमान जी जो तुहानूं भावे, जो तुहानूं चंगा लगे, मेरे हित लई की है, मेरे फायदे लई की है, तुसीं ओह बख्शिश कर दिओ। दोहरा सुन मरदान कान दे, नीक वस्त जी पाई, कीमत ताही न जानई, रंग हृदय बजाई। सतगुਰਾਂ ने भाई मरदाने नूं कि अपने पलंगे तो उठ के जरा मेरे कोल बुला के कहंदे मरदानिया जे मैं अपने हिसाब नाल दिता ते तेरे हिसाब नाल तैनूं वो चीज चंगी ना लगी, तू कहेगा मैनू मेरे मालिक ने दिता ही कुछ नहीं। सतगुर कहंदे जिस वस्तु की कदर का पता ना होवे, कीमत का पता ना होवे, कहते भावे हीरा भी प्राप्त हो जाए, अनाड़ी बंदा ते पत्थर समझ के भी काम लाउंदा फिरदा, आखो सतनाम उनकी कीमत है, उन्हें कदर है कोई नहीं। जिवें मनुखा शरीर सानू मिले सानू की कदर है, सवासां दी की कदर है। पुछो उन्हां नूं जिन्हां ने किडनियां लईआं, लीवर ट्रांसप्लांट होए, जिन्हां ने बड़ा कुछ शरीर की बॉडी चो चेंज कराया, जां जिन्हां कोल है नहीं, हथ नहीं, अखां नहीं, कन्न नहीं, पुछो ते सही कीमत की है, वो जानते हैं। साडे कोल सब कुछ परमात्मा ने दिता, तंदुरुस्त फिट दिता, ते असीं कहंदे सानूं रब ने दिता की कदर नहीं ना है कोई। गुरु साहब कहंदे मरदानिया मैं तैनूं कीमती वस्तु दे दियां ते तैनूं होवे ना कदर, तू उस वस्तु की कदर नहीं पा सकदा, सगों दुखी होएगा। लियाकत तो बिना किसी नूं कोई वस्तु मिल जे वो हजम नहीं हुंदी, खुश नहीं हो सकदा। जिन्हां नूं सार है, इसे करके बाणी कहती है साज करी जय गुण है की, गुणा की जान कदों करेगा जिदन औगण छड़ेगा, छोड़ अवगुण चलती है, अवगुण छड़ने पैने ते फिर गुणा की सांझ करेगा, तेन गुणा के बेनीफिट पता लगणगे। अजे तो साडे लई किसी का गुण भी अवगुण है, किसी की सलाह भी जहर है, कुछ भी नहीं था है, पर जिदन समझ आ गई ना उदन पता लगना है मेरी लियाकत की है ते रब ने मैनू की गुण देता। शुकराना कर हर वेले, तेरी सोच तो बड़ा दिता होया तैनू जीवन उन्हें सोच तो बड़ा ही दिता है। सोच सकते सी इन्ना कीमती जीवन सानू प्राप्त हो जू, सत्संग दी घड़ियां मिल जाणगियां। भाई मरदाना की चिंता च रह गए, क्योंकि गुरु साहब ने बड़ी बड़ी गल कही थी, अनाड़ी बंदे नूं हीरा दे दोगे उन्हें पत्थर जान के सुट देना है, ते दुखी होना भी मैनू की मिलिया है।
ਉਹਦੀ ਤੇ ਮਨਸ਼ਾ, ਉਹਦੀ ਤੇ ਆਕਾਂਸ਼ਾ ਮਾਇਆ ਤੇ ਖੜੀ ਹੈ। ਸਤਿਗੁਰ ਕਹਿੰਦੇ ਮਰਦਾਨਿਆ, ਸਾਡੀ ਨਜ਼ਰ ਵਿੱਚ ਜੋ ਹੀਰਾ ਹੈ, ਸਾਡੀ ਨਜ਼ਰ ਦੇ ਵਿੱਚ ਜੋ ਕੀਮਤੀ ਹੈ, ਹੋ ਸਕਦਾ ਹੈ ਤੇਰੀ ਨਜ਼ਰ ਵਿੱਚ ਉਹ ਮਿੱਟੀ ਹੋਵੇ। ਆਖੋ ਸਤਿਨਾਮ। ਤੂੰ ਸਮਝ ਹੀ ਨਾ ਪਾਉਂਦਾ। ਹੁਣ ਕਿਸੇ 7-8 ਪੜ੍ਹੇ ਦੇ ਸਾਹਮਣੇ ਡਿਗਰੀਆਂ ਦੀਆਂ ਕਿਤਾਬਾਂ ਖੋਲ ਦਿਓ, ਲਿਆ ਸਿਲੇਬਸ ਰੱਖ ਦਿਓ, ਕਹਿੰਦਾ ਮੇਰੇ ਵੱਸ ਦਾ ਕੰਮ ਨਹੀਂ ਹੈ, ਬੇਕਾਰ ਚੀਜ਼ ਹੈ, ਲੈ ਲਓ ਪਰੇ। ਕਿਸੇ ਅਨਪੜ੍ਹ ਬੰਦੇ ਨੂੰ ਸੁਣਾਈ ਚਲੋ ਲੋਨ ਬਖਸ਼ ਨੇ ਆਹ ਕਰਤਾ, ਉਹਨੇ ਆਹ ਕਰਤਾ, ਉਹ ਕਹਿੰਦਾ ਯਾਰ ਮੇਰੇ ਵੱਸ ਦੀਆਂ ਗੱਲਾਂ ਨਹੀਂ, ਮੈਨੂੰ ਤੇ ਫੋਨ ਨਹੀਂ ਚਲਾਉਣਾ ਆਉਂਦਾ, ਇਹ ਕੀ ਸੁਣਾਈ ਜਾਂਦਾ ਮੈਨੂੰ, ਉਹਨੂੰ ਕੀ ਸੁਣਾਈਏ ਫਿਰ? ਉਹ ਕਹਿੰਦਾ ਇੱਧਰ ਉੱਧਰ ਦੀਆਂ ਸੁਣਾ, ਕਿਹਦੇ ਘਰੇ ਕੀ ਹੋਇਆ, ਕਿਹਨੇ ਕੀ ਕਰਿਆ। ਉਹਦਾ ਦਾਇਰਾ, ਉਹਦੀ ਸੋਚ ਉੱਥੇ ਉਹਨੂੰ ਇਹੀ ਵਧੀਆ ਲੱਗਦਾ ਹੈ, ਉਹ ਵੱਡੀ ਗੱਲ ਨਹੀਂ ਕਰ ਸਕਦਾ। ਮਰਦ ਨੇ ਕਿਹਾ ਭਾਈ ਮਰਦਾਨੇ ਨੂੰ, ਕਹਿੰਦੇ ਨੀਕੀ ਚੰਗੀ ਵਸਤੂ ਤੈਨੂੰ ਦੇ ਦਿੰਦੇ ਆ, ਜੇ ਤੂੰ ਕਦਰ ਹੀ ਨਾ ਪਾਈ ਫਿਰ ਦੁਖੀ ਹੋ ਕੇ ਜਾਏਗਾ। ਤੂੰ ਕਹੇਗਾ ਮੈਨੂੰ ਮਾਲਕ ਨੇ ਦਿੱਤਾ ਕੀ ਹੈ, ਮੈਨੂੰ ਦਾ ਫਾਇਦਾ ਕੀ ਹੈ, ਪਰ ਹਾਂ ਕਦਰ ਤੋਂ ਬਗੈਰ ਦਿੱਤਾ ਹੋਇਆ ਸੋਨਾ ਤੇ ਹੀਰਾ ਵੀ ਮਿੱਟੀ ਹੁੰਦਾ ਹੈ। ਜਦ ਕਦਰ ਆ ਗਈ ਨਾ, ਫਿਰ ਲੋਹਾ ਧਰਤੀ ਚੋਂ ਕੱਢਿਆ ਹੋਇਆ ਵੀ ਕਲਾਕਾਰ ਨੂੰ ਸ਼ਿੰਗਾਰ ਬਣਾ ਦਿੰਦਾ। ਆਖੋ ਸਤਿਨਾਮ। ਸੋਨਾ ਵੀ ਧਰਤੀ ਚੋਂ, ਤਾਂਬਾ ਵੀ ਧਰਤੀ ਚੋਂ, ਸੀਮਟ ਪੱਥਰ ਵੀ ਧਰਤੀ ਚੋਂ, ਤੇ ਜਿਨ੍ਹਾਂ ਨੇ ਤਰਾਸ਼ੇ ਬੇਮੁੱਲੇ ਕਰਦੇ, ਬੇਸ਼ਕੀਮਤੀ ਬਣਾ ਦਿੰਦੇ। ਭਾਈ ਮਰਦਾਨੇ ਨੇ ਸੋਚਿਆ ਵੀ ਮਾਲਕ ਮੇਰੇ ਮੈਨੂੰ ਕੁਝ ਚੰਗਾ ਹੀ ਦੇਣਗੇ। ਉਹਦੀ ਸੋਚ ਸਿਰਫ ਸ਼ਗਨ ਤੱਕ ਹੈ, ਪਦਾਰਥਾਂ ਤੱਕ ਹੈ। ਪਰ ਗੁਰੂ ਸਾਹਿਬ ਕਿੱਥੇ ਸੋਚ ਰਹੇ ਨੇ, ਉਹ ਕਦੇ ਸੁਪਨੇ ਵਿੱਚ ਵੀ ਸੋਚ ਨਹੀਂ ਸਕਦੇ। ਚੌਪਈ ਕਰੋ ਲਾਲਸਾ ਦਰਦ ਦਕੂਲਾ, ਨਹਿ ਜਾਨੋ ਆਗੇ ਕਿਆ ਸੂਲਾ। ਭਾਈ ਮਰਦਾਨਾ ਜੀ ਕਹਿੰਦੇ ਮਰਦ ਫਿਲਹਾਲ ਤੇ ਮੈਂ ਇੰਨਾ ਕੀ ਜਾਣਦਾ ਵੀ ਮੇਰੇ ਘਰ 'ਚ ਦਲਿੱਦਰ ਗਰੀਬੀ ਬਹੁਤ ਹੈ, ਤੁਸੀਂ ਉਹ ਕੱਢ ਦਿਓ। ਕੱਲ ਨੂੰ ਮੇਰੇ ਨਾਲ ਕੀ ਹੋਣਾ ਮੈਨੂੰ ਨਹੀਂ ਪਤਾ। ਆਖੋ ਸਤਿਨਾਮ। ਇੱਕ ਲੋੜਵੰਦ ਬੰਦੇ ਦੀ ਲੋੜ ਕੀ ਆ? ਉਹ ਕਹਿੰਦਾ 2 ਵੇਲੇ ਦੀ ਰੋਟੀ ਰੱਬਾ ਦੇ ਦੀ, ਸਾਨੂੰ ਕੁਛ ਨਹੀਂ ਚਾਹੀਦਾ। ਤੇ ਜਿਹਦੇ ਕੋਲ ਮਾਇਆ ਬਹੁਤੀ ਆ ਜੇ ਘਰੇ ਟੇਕੀ, ਉਹ ਵੀ ਨਹੀਂ ਰਹਿੰਦਾ, ਉਹ ਭਟਕਦਾ ਹੀ ਰਹਿੰਦਾ, ਉਹਨੂੰ ਰੋਟੀ ਖਾਣ ਦਾ ਸਮਾਂ ਨਹੀਂ। ਇੱਕ ਰੋਟੀ ਦੀ ਤੜਫ, ਇੱਕ ਕੋਲ ਸਮਾਂ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਬੜੇ ਗਹਿਰੇ ਸੀ। ਭਾਈ ਮਰਦਾਨਾ ਜੀ ਨੇ ਤੇ ਫਿਰ ਆ ਕੇ ਇਹੀ ਕਹਿਤਾ, ਕਹਿੰਦੇ ਮਾਲਕਾ ਘਰ 'ਚ ਗਰੀਬੀ ਬਹੁਤ ਹੈ, ਟੱਬਰ ਦਾ ਗੁਜ਼ਾਰਾ ਨਹੀਂ ਚੱਲਦਾ, ਐਸੀ ਕਿਰਪਾ ਕਰੋ ਮੈਂ ਕੁਝ ਕਰ ਸਕਾਂ, ਕੁਝ ਕਮਾ ਸਕਾਂ। ਕਦੋਂ ਤੱਕ ਮੰਗ ਮੰਗ ਸਮਾਂ ਪਾਸ ਕਰਾਂਗਾ। ਜਾਤ ਮੇਰਾ ਸੀ ਜਾਚਨ ਦਰਬਾਰ, ਪਹਿਰਨ ਖਾਨ ਲਖੋ ਸੁਖ ਸਰਬਾ। ਗੁਰੂ ਸਾਹਿਬ ਭਾਈ ਮਰਦਾਨੇ ਨੂੰ ਏਦਾਂ ਕਿਉਂ ਪੁੱਛਦੇ ਨੇ? ਕਿਉਂਕਿ ਮਿੱਤਰ ਨੇ ਵਸਤਾਂ ਮਰਦ ਕਹਿੰਦੇ ਮਰਦਾਨਿਆਂ ਫਿਰ ਪਦਾਰਥ ਦੇ ਦਈਏ, ਮਾਇਆ ਠੀਕ ਰਹੂਗੀ? ਕਹਿੰਦੇ ਹਾਂਜੀ। ਕਹਿੰਦੇ ਮਾਲਕਾ ਮਰਾਸੀ ਹੁੰਦੇ ਆ, ਅਸੀਂ ਤੇ ਮੰਗ ਕੇ ਖਾਣਾ ਹੁੰਦਾ ਹੈ, ਸਾਡਾ ਆਪਣਾ ਕਿਹੜਾ ਕੋਈ ਕੰਮ ਕਾਰ ਹੈ। ਲੋਕਾਂ ਦੀਆਂ ਖੁਸ਼ੀਆਂ ਨੂੰ ਆਪਣੀਆਂ ਖੁਸ਼ੀਆਂ ਮੰਨਦੇ ਆ ਤਾਂ ਕਿਤੇ ਵਿਹੜੇ ਸਾਡੇ ਰੋਟੀ ਪੱਕਦੀ। ਆਖੋ ਸਤਿਨਾਮ। ਲੋਕਾਂ ਦੀਆਂ ਖੁਸ਼ੀਆਂ, ਬੇਸ਼ੱਕ ਅੰਦਰ ਕਿੰਨਾ ਵੀ ਕੰਮ ਕਿਉਂ ਨਾ ਹੋਵੇ, ਬੜੇ ਲੋਕ ਏਦਾਂ ਦੇ ਨੇ ਜੀ, ਲੋਕਾਂ ਦੇ ਵਿਆਹਾਂ ਵਿੱਚ ਨੱਚਣ ਵਾਲੀਆਂ ਧੀਆਂ ਵਿਚਾਰੀਆਂ ਕਈ ਵਾਰ ਇੰਨੀਆਂ ਮਜਬੂਰ ਹੁੰਦੀਆਂ ਨੇ, ਮੈਂ ਬੜੇ ਏਦਾਂ ਦੇ ਦੇਖੇ ਆ, ਘਰ 'ਚ ਮਰਗਤ ਹੋਈ ਹੁੰਦੀ ਤੇ ਜਾ ਕੇ ਨੱਚਣਾ ਪੈਂਦਾ। ਕਿਉਂ? ਪਤਾ ਹੈ ਅੱਜ ਕਮਾਵਾਂਗੇ ਤਾਂ ਜਾ ਕੇ ਖਾਵਾਂਗੇ। ਉਹ ਆਪਣਾ ਗਮ, ਆਪਣਾ ਦੁੱਖ ਭੁਲਾ ਕੇ ਕਿਸੇ ਦੀ ਖੁਸ਼ੀ ਵਿੱਚ ਖੁਸ਼ ਹੋ ਕੇ ਵਿਖਾਉਂਦੇ ਨੇ। ਬੜੇ ਲੋਕ ਮਜਬੂਰ ਬੈਠੇ ਤਾਂ ਦੇ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਭਾਈ ਮਰਦਾਨਾ ਜੀ ਨੇਤਰ ਭਾਈ ਆਏ, ਕਹਿੰਦੇ ਮਾਲਕਾ ਸਾਨੂੰ ਤੇ ਰੱਬ ਨੇ ਜਨਮ ਹੀ ਦਿੱਤਾ, ਮੰਗ ਕੇ ਖਾਣ। ਮਰਾਸੀ ਕੀ ਕਰ ਸਕਦੇ ਆ? ਅੱਗੇ ਇਹਨਾਂ ਨੂੰ ਡੂਮ ਕਹਿੰਦੇ ਸੀ, ਲੋਕੀ ਨੇੜੇ ਨਹੀਂ ਸੀ ਬਹਿਣ ਦਿੰਦੇ ਕਿਉਂਕਿ ਹੰਕਾਰ ਬੜਾ ਸੀ ਜਾਂਦਾ, ਇਨਸਾਨੀਅਤ ਰੁਲਦੀ ਸੀ ਉਹਨਾਂ ਵੇਲਿਆਂ 'ਚ। ਗੁਰੂ ਸਾਹਿਬ ਨੇ ਸੋਚਿਆ ਕਿਉਂ ਨਾ ਭਾਈ ਮਰਦਾਨਾ ਜੀ ਨੂੰ ਕੁਝ ਐਸਾ ਦਿੱਤਾ ਜਾਏ, ਰਹਿੰਦੀ ਦੁਨੀਆ ਵੀ ਯਾਦ ਰੱਖੇ। ਮਨ ਗੁਣ ਕੀ ਭਨ ਹੀ ਮਰਦਾਨਾ, ਸੋ ਦੀਜੈ ਜੋ ਨੀਕੋ ਜਾਨਾ। ਇਹਨਾਂ ਬਚਨਾਂ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ 25-30 ਮਿੰਟ ਚੁੱਪ ਰਹੇ। ਉਹਨਾਂ ਦੁਬਾਰਾ ਲੈਣ ਦੇਣ ਦੀ ਕੋਈ ਗੱਲ ਨਾ ਕੀਤੀ। ਭਾਈ ਮਰਦਾਨਾ ਜੀ ਬੈਠੇ ਸੋਚੀ ਜਾਂਦੇ ਆ ਕਿ ਪਤਾ ਨਹੀਂ ਮਾਲਕ ਕੀ ਦੇਣਗੇ। ਮੰਗਣ ਤੇ ਆਇਆ, ਸ਼ਾਇਦ ਖੈਰੀਅਤ ਝੋਲੀ ਪੈ ਹੀ ਜਾਵੇ। ਥੋੜੀ ਦੇਰ ਬਾਅਦ ਮਹਾਰਾਜ ਨੇ ਭਾਈ ਮਰਦਾਨੇ ਦੇ ਖਿਆਲ ਬੁੱਝੇ ਵੀ ਅਜੇ ਵੀ ਸੋਚੀ ਜਾਂਦਾ ਹੈ ਘਰ ਬਾਰੇ, ਗਰੀਬੀ ਬੜੀ ਘਰ 'ਚ, ਹਮੇਸ਼ਾ ਬੇਦੀਆਂ ਦੀ ਕੋਲ ਤੋਂ ਮੰਗ ਮੰਗ ਖਾਈਦਾ।
कदे साडे पिता तो मंग के लै जांदे ने, कदे चाचा जी तो लै जांदे, कदे शरीके तो मंग के लैके जांदे ने। इन्हां दा गुजारा मंग के ही हुंदा है। ज्यों मुझ भला होए सुख पंजा, सो देवो क्यों होवे रंजा। सतगुरां दे बचन दिल दिमाग च घुमदे सी। महाराज ने कहा सी तैनूं चंगी चीज दे दईए ते तैनूं होवे ना कदर, ते तू आखे मैनू मेरे जजमान ने देख ही दिता, मैं इहदा की करना। ਜਦੋਂ ਥੋੜਾ ਜਿਹਾ ਸਮਾਂ ਬਾਅਦ ਚੁੱਪ ਰਹੇ ਨਾ, ਭਾਈ ਮਰਦਾਨੇ ਦੇ ਮਨ ਚ ਆ ਗਿਆ ਵੀ ਚੱਲ ਕੋਈ ਨਹੀਂ, ਇਹਨਾਂ ਦੇ ਪਿਤਾ ਨੇ ਮੈਨੂੰ ਦੇ ਹੀ ਦੇਣਾ, ਜੋ ਵੀ ਦੇਣਾ ਸ਼ਰ ਇਹਨਾਂ ਤੋਂ ਜੋ ਮਿਲ ਗਿਆ ਉਹੀ ਭਲਾ। ਆਖੋ ਸਤਿਨਾਮ। ਜੋ ਮਿਲ ਗਿਆ ਠੀਕ ਹੈ, ਇੱਥੋਂ ਘੱਟ ਮੈਨੂੰ ਉਧਰੋਂ ਵੱਧ ਲੈ ਲਾਂਗੇ ਮੰਨ ਕੇ, ਹੱਕ ਹੈ ਸਾਡਾ। ਕਹਿੰਦੇ ਚੰਗਾ ਫਿਰ ਪ੍ਰਭੂ ਜੀ ਜੋ ਮਰਜ਼ੀ ਦੇ ਦਿਓ। ਮਨ ਸਮਝਾ ਲਿਆ ਭਾਈ ਮਰਦਾਨੇ, ਭਾਵੇਂ ਕੱਖ ਮਿਲੇ ਭਾਵੇਂ ਮੇਰੇ ਲੱਖ, ਮੈਂ ਦੁਬਾਰਾ ਮੰਗਣਾ ਨਹੀਂ। बोले कमल नैन तुझ दीनो, बादत तंत बजावन चीनो। बैठे बैठे सहज सुभाव सतगुरां ने भाई मरदाना जी दे सिर ते हथ रखिया, सत करतार आखिया, कहते जा मरदानिया तैनू तंती साज रबाब दा हुनर बख्शिया। आखो सतनाम। उन्होंने नहीं सी पता, क्योंकि मंगना ही हुंदा सी, गाउणा थोड़ी हुंदा सी, सिर्फ मंगदे सी, ਵਧਾਈਆਂ ਦਿੰਦੇ ਸੀ ਲੋਕਾਂ ਨੂੰ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਤੈਨੂੰ ਤੰਤੀ ਸਾਜ ਦਾ ਗੁਣ। ਅੱਜ ਸਾਡੀ ਸਿੱਖੀ ਚੋਂ ਤੰਤੀ ਸਾਜ ਖਤਮ ਹੁੰਦੇ ਜਾਂਦੇ। ਵੇਖੀ ਕਿਤੇ ਕੀਰਤਨ ਹੁੰਦਾ ਰਬਾਬ ਨਾਲ, ਹਾਰਮੋਨੀਅਮ ਰਹਿ ਨਵਾਂ ਜਿਹਾ ਦੌਰ ਚੱਲ ਪਿਆ ਕੈਸ਼ੀਓ, ਇਹ ਨਹੀਂ ਪਤਾ ਲੱਗਦਾ ਵੀ ਨੱਚਣ ਵਾਲੇ ਨੇ ਜਾਂ ਕੀਰਤਨ ਵਾਲੇ ਨੇ। ਅੱਜ ਕੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਾਊਸ ਚੱਲਦੇ ਆ, ਰਬਾਬਾਂ ਚੱਲਦੀਆਂ ਨੇ, ਪਰ ਉਸ ਕੀਰਤਨ ਦਾ ਆਨੰਦ ਜਿਨ੍ਹਾਂ ਨੂੰ ਆਉਂਦਾ ਉਹ ਉਹੀ ਜਾਣਦੇ ਨੇ। ਸਾਡੇ ਵਰਗੇ ਤੇ ਗੀਤਾਂ ਦੀਆਂ ਤਰਜ਼ਾਂ ਦੇ ਖੁਸ਼ ਨੇ, ਬਾਬੇ ਵਾਹ ਵਾਹ ਬੜਾ ਸੋਹਣਾ ਕੀਰਤਨ ਕਰਿਆ, ਸਿਰ ਢੋਲ ਵਾਂਗੂ ਹਿੱਲਦਾ ਹੈ। ਹੁੰਦਾ ਕਿਉਂ ਹੈ? ਸ਼ਬਦ ਦਾ ਆਨੰਦ ਨਹੀਂ ਆ ਰਿਹਾ ਸਾਨੂੰ। ਸਾਨੂੰ ਲੋਕਾਂ ਨੂੰ ਗਾਣੇ ਦੀ ਤਰਜ਼ ਦਾ ਆਨੰਦ ਆਉਂਦਾ ਜਿਹੜਾ ਸੁਣਿਆ ਹੁੰਦਾ ਗੀਤ ਚ, ਉਹਦੇ ਖੁਸ਼ ਹੁੰਦੇ ਆ। ਕਦੇ ਵਾਹ ਭਾਈ ਸਾਹਿਬ ਕਮਾਲ ਕਰਤੀ, ਤੇ ਭਾਈ ਸਾਹਿਬ ਕਹਿੰਦੇ ਜੇ ਕਮਾਲ ਕੀਤੀ ਆਨੰਦ ਆਇਆ ਉਹ ਫਿਰ ਇੱਧਰ ਨੂੰ ਕਰੋ ਜੇਬਾਂ ਖਾਲੀ। ਆਖੋ ਸਤਿਨਾਮ। ਇੱਥੇ ਸੁਰਤ ਖੜੀ ਹੈ। ਸਿੱਖ ਧਰਮ ਦੇ ਵਿੱਚ ਤੰਤੀ ਸਾਜਾਂ ਦੀ ਵਿਦਿਆ ਭਾਈ ਮਰਦਾਨਾ ਜੀ ਤੋਂ ਆਈ ਹੈ। ਤੇ ਭਾਈ ਮਰਦਾਨਾ ਜੀ ਦੀ ਫਿਰ ਜਿਹੜੀ ਕੁੱਲ ਚਲੀ ਹੈ ਨਾ, ਅੱਗੇ ਅੱਗੇ ਜਾ ਕੇ ਤੁਹਾਨੂੰ ਪਤਾ ਲੱਗ ਜਾਣਾ ਕੌਣ ਸੀ। ਤਾਨਸੈਨ ਵਰਗੇ ਜਿਹੜੇ ਵੱਡੇ ਵੱਡੇ ਸੀ, ਕੋਈ ਉਹ ਲੋਕ ਸਨ ਜਿਨ੍ਹਾਂ ਨੇ ਭਾਈ ਮਰਦਾਨਾ ਜੀ ਦੇ ਪਰਿਵਾਰ ਤੋਂ ਗੁਣ ਲਏ ਸੀ। ਇਹਨਾਂ ਦੇ ਪਰਿਵਾਰ ਚੋਂ ਸੀ ਵੱਡੇ ਵੱਡੇ ਲੋਕ, ਤਾਨਸੈਨ, ਹਰੀ ਸੈਨ, ਮਿਊਜ਼ਿਕ ਦੇ ਧਰਮਦਰ। ਉਹਨਾਂ ਵਰਗਾ ਕੌਣ ਹੋ ਸਕਦਾ? ਕਿਤੇ ਜਿਹਨੂੰ ਮਰਜ਼ੀ ਛੇੜ ਲਓ, ਮੈਂ ਭਾਈ ਮਰਦਾਨੇ ਦੀ ਕੁੱਲ ਚੋਂ। ਅਗਲਾ ਬੜਾ ਖੁਸ਼ ਹੋ ਜਾਂਦਾ। ਕੁੱਲ ਤੋਂ ਭਾਵ ਕੀ ਹੈ? ਵੀ ਉਹ ਮਰਾਸੀ ਸੀ, ਅਸੀਂ ਵੀ ਮਰਾਸੀ ਹਾਂ, ਪਰ ਉਹ ਫੀਲ ਏਦਾਂ ਕਰਾਉਂਦੇ ਨੇ ਵੀ ਅਸੀਂ ਅੰਸਲਨ ਸੀ ਉਹਨਾਂ ਦੇ। ਨਹੀਂ, ਭਾਈ ਮਰਦਾਨਾ ਜੀ ਮਰਾਸੀ ਨੇ, ਮੁਸਲਮਾਨਾਂ ਦੀ ਜਾਤ ਵਿੱਚੋਂ ਨੇ। ਤੰਤੀ ਸਾਜਾਂ ਬਾਰੇ ਕੁਛ ਨਹੀਂ ਸੀ ਪਤਾ। ਤੰਤੀ ਸਾਜ ਰੂਹ ਦੀ ਖੁਰਾਕ ਹੁੰਦੇ ਆ, ਤੇ ਜਦ ਵੱਜਦੇ ਆ ਨਾ ਮਨ ਮੋਰ ਵਾਂਗ ਨੱਚਦਾ ਹੈ। ਤੇ ਕੁਰਬਾਨੀ ਸਤਿਗੁਰਾਂ ਨੇ ਰਾਗਾਂ ਵਿੱਚ ਗਾਇਨ ਕੀਤੀ ਹੈ ਤੇ ਗਾਇਨ ਕਰਨ ਦਾ ਹੁਕਮ ਦਿੱਤਾ ਹੈ। 31 ਰਾਗ, ਕਿੰਨੀਆਂ ਰਾਗਣੀਆਂ ਗੁਰੂ ਸਾਹਿਬ ਨੇ ਅੰਕਿਤ ਕੀਤੀਆਂ ਨੇ। ਤੇ ਜਦੋਂ ਬਸੰਤ ਰਾਗ ਪੜਿਆ ਜਾਂਦਾ, ਹੁਣ ਚੱਲਦਾ ਨਾ ਬਸੰਤ ਦਾ ਸਮਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੀ ਹੁੰਦਾ। ਬਸੰਤ ਪੰਚਮੀ ਵਾਲੇ ਦਿਨ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਬਸੰਤ ਰਾਗ ਦੀ ਨਾਈਟ ਹੁੰਦੀ ਹੈ। ਉਹਦੇ ਚ ਪਤਾ ਲੱਗਦਾ ਹੈ ਵੀ ਰਾਗ ਕੀ ਹੈ, ਰਾਗ ਦਰਬਾਰ ਕੀ ਹੈ, ਤੰਤੀ ਸਾਜ ਕਿਹਨੂੰ ਕਹਿੰਦੇ ਆ। ਤੇ ਫਿਰ ਜਦੋਂ ਵੱਜਦੇ ਨੇ ਫਿਰ ਕਿੱਦਾਂ ਦਿਲਾਂ ਨੂੰ ਹਲੂਣਦੇ ਆ। ਗੁਰੂ ਸਾਹਿਬ ਨੇ ਮਿਹਰ ਭਰੇ ਹੱਥ ਰੱਖ ਕੇ ਆਖਿਆ, ਮਰਦਾਨਿਆ ਤੈਨੂੰ ਹੁਨਰ ਬਖਸ਼ਿਆ, ਤੈਨੂੰ ਗੁਣ ਬਖਸ਼ਿਆ, ਤੂੰ ਤੰਤੀ ਸਾਜ ਵਜਾਇਆ ਕਰ। ਰਬਾਬ, ਕਦੇ ਰਬਾਬ ਦੀ ਆਵਾਜ਼ ਸੁਣੇ ਹੋ, ਕਦੇ ਦਿਲ ਰਬਾਬ ਸੁਣੇ ਹੋ, ਮਨ ਮੋਹ ਲੈਂਦਾ। ਗੁਰੂ ਸਾਹਿਬ ਨੇ ਜਦੋਂ ਇਹ ਬਚਨ ਕਹਿਤਾ ਨਾ, ਹੁਣ ਭਾਈ ਮਰਦਾਨਾ ਜੀ ਵਾਸਤੇ ਇਹ ਚੀਜ਼ ਦੀ ਕੋਈ ਵੈਲਿਊ ਨਹੀਂ ਫਿਲਹਾਲ, ਕਿਉਂਕਿ ਨਾ ਉਹਨਾਂ ਨੇ ਤਾਊਸ ਚੱਕਿਆ, ਨਾ ਕਦੇ ਸਰੰਦਾ ਚੱਕਿਆ, ਨਾ ਕਦੇ ਰਬਾਬ ਵਜਾਈ, ਕੋਈ ਵਜਾਉਂਦਾ ਹੀ ਨਹੀਂ ਪਰਿਵਾਰ 'ਚ। ਸਹਿ ਸੁਭਾਅ ਮਹਾਰਾਜ ਨੇ ਗੁਣ ਬਖਸ਼ੇ। ਕਹਿੰਦੇ ਮਰਦਾਨਿਆ ਮੰਗੀ ਨਾ ਕਿਸੇ ਤੋਂ, ਮੰਗਣ ਦੀ ਆਦਤ ਛੱਡ ਦਈ, ਹੁਣ ਤੂੰ ਦਾਤਿਆਂ ਵਿੱਚੋਂ ਦਾਨੀ ਹੋਏਗਾ। ਆਖੋ ਸਤਿਨਾਮ। ਭਾਈ ਮਰਦਾਨਾ ਜੀ ਦੇ ਬਖਸ਼ੇ ਹੋਏ ਗੁਣ ਅੱਜ ਵੀ ਉਹ ਰਾਗ ਕੀਰਤਨ ਦੀਆਂ ਧੁਨਾਂ ਸਿੱਖ ਪਹੁੰਚੇ ਨੇ। ਉਹ ਅਲੱਗ ਗੱਲ ਹੈ, ਉਹਨਾਂ ਦੇ ਨਾਂ ਤੇ ਲੋਕ ਅੱਜ ਵੀ ਕੀਰਤਨ ਕਰਕੇ ਮੰਗੀ ਜਾਂਦੇ ਸੀ। ਮਰਦਾਨੇ ਦੀ ਗੁਣ ਚੋਂ ਮਾੜੀ ਗੱਲ ਹੈ। ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਜੀ ਦਾ ਉਹ ਪਿਆਰਾ ਸਾਥੀ ਹੈ ਜਿਹਨੂੰ ਸੱਚੇ ਪਾਤਸ਼ਾਹ ਨੇ ਉਹ ਦਿੱਤਾ ਹੈ, ਜੋ ਆਪਣੀ ਜ਼ਿੰਦਗੀ 'ਚ ਜਿਹਨੂੰ ਸਤਿਗੁਰ ਬਹੁਤ ਪ੍ਰੇਮ ਕਰਦੇ ਸੀ। ਉਹ ਸੀ ਰਾਗ।
ਗੁਰੂ ਸਾਹਿਬ ਦਾ ਰਾਗਾਂ ਨਾਲ ਬੜਾ ਪ੍ਰੇਮ ਸੀ। ਤੇ ਮਿੱਤਰ ਨੂੰ ਕੀ ਦਿੱਤਾ? ਮਿੱਤਰ ਨੂੰ ਉਹ ਦਿੱਤਾ ਜੋ ਆਪਣੇ ਆਪ ਲਈ ਵੀ ਕੀਮਤੀ ਸੀ, ਉਹ ਬਖਸ਼ ਦਿੱਤਾ। ਇਹ ਹੁੰਦੀ ਮਿੱਤਰਤਾ, ਇਹ ਹੁੰਦਾ ਪ੍ਰੇਮ। ਕਿਉਂਕਿ ਭਾਈ ਮਰਦਾਨਾ ਜੀ ਨੂੰ ਅਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਜੀਵਨ ਵਿੱਚ ਆਇਆ ਨਹੀਂ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਰਬਾਬ ਵਜਾਇਆ ਕਰ, ਸੋਹਣੇ ਸੋਹਣੇ ਸ਼ਬਦ ਸੁਰਾਂ ਦਾ ਗਾਇਨ ਕਰਿਆ ਕਰ। ਯਾ ਗੁਣ ਤੇ ਮਨ ਹਰ ਕਰ ਸ਼ੋਕੋ, ਬੰਧਨ ਤਜਹਿਵ ਸੁਖ ਦੇਵ ਲੋਕੋ। ਅਗਲਾ ਵਚਨ ਸਤਿਗੁਰਾਂ ਨੇ ਕਿਹਾ, ਮਰਦਾਨਿਆ ਹੁਣ ਸ਼ੋਕ ਛੱਡ ਦੇ, ਗਮ ਛੱਡ ਦੇ। ਇਸ ਰਾਗ ਨੇ, ਇਸ ਰਬਾਬ ਨੇ ਤੇਰੀ ਤੇ ਤੇਰੀ ਕੁਲ ਤੇ ਬੰਧਨ ਕੱਟ ਦੇਣੇ ਨੇ। ਆਖੋ ਸਤਿਨਾਮ। ਭਾਈ ਮਰਦਾਨਾ ਜੀ ਤੇ ਬਖਸ਼ਿਸ਼ ਕਿੱਥੇ ਹੋਈ? ਸੁਲਤਾਨਪੁਰ ਲੋਧੀ ਦੀ ਧਰਤੀ ਤੇ ਮੋਦੀ ਖਾਨੇ ਵਿੱਚ ਹੋਈ। ਰਾਗ ਕਿੱਥੋਂ ਬਖਸ਼ਿਆ? ਕਲਾ ਕਿੱਥੇ ਬਖਸ਼ੀ? ਗੁਣ ਕਿੱਥੇ ਬਖਸ਼ਿਆ? ਸੁਣਦੇ ਤੇ ਆਮ ਆ ਵੀ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਗੁਣ ਬਖਸ਼ਿਆ ਸੀ, ਰਵਾਬ ਉਹਨਾਂ ਸਿੱਖੀ ਹੈ। ਪਰ ਕਿਹੜੀ ਮੁਲਾਕਾਤ ਵਿੱਚ, ਕਿਹੜੀ ਥਾਂ ਤੇ ਹੋਈ ਹੈ? ਸੁਲਤਾਨਪੁਰ ਲੋਧੀ ਮੋਦੀ ਖਾਨੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਕਿਰਪਾ ਕਰਤੀ ਭਾਈ ਮਰਦਾਨੇ ਤੇ। ਵਿਆਹ ਤੋਂ ਪਹਿਲੇ ਸ਼ਗਨਾਂ ਦੇ ਸਮੇਂ ਐਸਾ ਸ਼ਗਨ ਪਾਇਆ ਏ। ਹਰ ਗੁਣ ਗਾਵਨ ਕੀ ਰਸ ਮਾਹੀ, ਪਰਚੈ ਮਨ ਅਵਗੁਣ ਮਿਟ ਜਾਹੀ। ਮਰਦਾਨਿਆ ਹਰੀ ਦੇ ਗੁਣਾਂ ਨੂੰ ਗਾਇਆ ਕਰੀ, ਉਹਦੇ ਰੰਗ ਵਿੱਚ, ਉਹਦੇ ਰਸ ਵਿੱਚ, ਉਹਦੇ ਪ੍ਰੇਮ ਵਿੱਚ ਭਿੱਜ ਕੇ, ਤੇ ਤੇਰੇ ਕੋਲ ਕਮੀ ਕੋਈ ਨਹੀਂ ਆਉਣੀ। ਤੇਰਾ ਜੀਵਨ ਸਫਲ ਹੋਏਗਾ। ਇੱਕ ਦਿਨ ਤੇਰੇ ਮੇਰੇ ਵਿੱਚ ਭੇਦ ਨਹੀਂ ਹੋਣਾ। ਆਖੋ ਸਤਿਨਾਮ। ਭਾਈ ਮਰਦਾਨੇ ਤੇ ਗੁਰੂ ਨਾਨਕ ਸਾਹਿਬ ਵਿੱਚ ਕੋਈ ਫਰਕ ਹੈ? ਆਉਣ ਵਾਲੇ ਸਮੇਂ 'ਚ ਪਤਾ ਲੱਗਣਾ, ਕੋਈ ਫਰਕ ਨਹੀਂ। ਮਰਦ ਨੇ ਆਉਣ ਵਾਲੇ ਸਮੇਂ 'ਚ ਬਚਨ ਕਹਿ ਦੇਣੇ ਆ, ਮੇਰਾ ਰੂਪ ਮਰਦਾਨਾ ਹੈ ਤੇ ਮੈਂ ਮਰਦਾਨੇ ਦਾ ਰੂਪ ਹਾਂ। ਇੱਕ ਜ਼ਿੰਦ ਇੱਕ ਜਾਨ ਕਿਹਦੇ ਨਾਲ ਹੋਏ? ਹਰੀ ਦੇ ਪ੍ਰੇਮ ਨਾਲ, ਹਰੀ ਦੇ ਰੰਗ ਨਾਲ। ਸਤਿਗੁਰ ਕਹਿੰਦੇ ਮਰਦਾਨਿਆ ਦੁੱਖ ਭੁੱਖ ਭੁੱਲ ਜਾਏਗੀ, ਉਹ ਤੇਰਾ ਕੀਰਤਨ ਸੁਣਨ ਵਾਸਤੇ, ਤੇਰੀ ਰਵਾਬ ਸੁਣਨ ਵਾਸਤੇ। ਜੰਗਲਾਂ ਦੇ ਸ਼ੇਰ ਤੇ ਰੁੱਖਾਂ ਤੇ ਰਹਿਣ ਵਾਲੇ ਪਰਿੰਦੇ ਵੀ ਖਾਮੋਸ਼ ਹੋ ਜਾ ਕਰਨਗੇ। ਆਖੋ ਸਤਿਨਾਮ। ਇਹ ਹੋਏਗਾ ਜਦੋਂ ਜਦੋਂ ਭਾਈ ਮਰਦਾਨਾ ਜੀ ਕਿਤੇ ਰਬਾਬ ਦੀਆਂ ਸੁਰਾਂ ਨੂੰ ਛੇੜਿਆ ਕਰਨਗੇ ਨਾ, ਪੱਥਰ ਵੀ ਮੋਗ ਹੋਇਆ। ਸੱਪਾਂ ਨੇ ਜ਼ਹਿਰ ਛੱਡ ਦਿੱਤਾ, ਸ਼ੇਰਾਂ ਨੇ ਕੋਲ ਬਹਿ ਕੇ ਜੰਗਲਾਂ 'ਚ ਕੀਰਤਨ ਸੁਣਿਆ। ਜੰਗਲੀ ਜਾਨਵਰ ਇਕੱਠੇ ਹੁੰਦੇ ਸੀ, ਕੋਈ ਐਸਾ ਸਮਾਂ ਬੰਨ੍ਹਦੇ ਸੀ ਉਹ ਦੁਸ਼ਮਣ ਮਾਰਨ ਵਾਸਤੇ। ਸਤਿਗੁਰਾਂ ਨੂੰ ਆਉਂਦਾ ਸੀ ਰਬਾਬ ਦੀ ਸੁਰ ਚੱਲਦੀ, ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਨ ਕਰਨਾ, ਵੱਡੇ ਵੱਡੇ ਕੋੜੀਆਂ ਦੇ ਕੋੜ ਕੱਟੇ ਜਾਂਦੇ, ਕਦੇ ਹੱਥਾਂ 'ਚੋਂ ਗੰਡਾਸੇ ਡਿੱਗ ਪੈਂਦੇ ਸੀ। ਇੰਨਾ ਆਨੰਦ ਸੀ। ਉਹ ਰਾਗ ਸੀ ਭਾਈ ਮਰਦਾਨਾ ਜੀ ਦੇ ਕੋਲੇ। ਕਹਿੰਦੇ ਜਦੋਂ ਗੁਰੂ ਸਾਹਿਬ ਨੇ ਸੀਸ ਤੇ ਹੱਥ ਰੱਖਿਆ ਨਾ, ਇੱਕਦਮ ਚਰਨਾਹਟ ਹੋਈ। ਲੱਗਿਆ ਭਾਈ ਮਰਦਾਨਾ ਜੀ ਵੀ ਮੇਰੇ ਪੱਲੇ ਕੁਛ ਹੈ, ਗੁਰੂ ਪਾਤਸ਼ਾਹ ਨੇ ਮੈਨੂੰ ਕੁਝ ਬਖਸ਼ਿਸ਼ ਕੀਤਾ ਏ। ਅਸ ਗੁਣ ਸੋ ਅਵਲਖਾ ਮੇਰੀ, ਰਹੇ ਸੰਗ ਜੇ ਹੈਵਗਤ ਤੇਰੀ। ਸਤਿਗੁਰ ਕਹਿੰਦੇ ਤੈਨੂੰ ਗੁਣ ਬਖਸ਼ਿਸ਼ ਕਰ ਦਿੱਤਾ ਮਰਦਾਨਿਆ, ਹੁਣ ਤੈਥੋਂ ਕੁਝ ਮੰਗਣਾ ਹੈ। ਕਹਿੰਦੇ ਮਾਲਕਾ ਤੁਸੀਂ ਦਾਤੇ ਹੋ, ਮੈਂ ਤੁਹਾਨੂੰ ਕੀ ਦੇ ਸਕਦਾ? ਮਾਲਕ ਕਹਿੰਦੇ ਦੇ ਸਕਦਾ। ਕਹਿੰਦੇ ਮੰਗ ਲਓ। ਗਰੀਬ ਨਵਾਜ਼ ਕਹਿੰਦੇ ਮਰਦਾਨਿਆ ਜ਼ਿੰਦਗੀ ਭਰ ਤੇਰਾ ਸਾਥ ਚਾਹੀਦਾ। ਆਖੋ ਸਤਿਨਾਮ। ਤੂੰ ਸਾਥੀ ਬਣ ਕੇ ਰਹੇਗਾ। ਇੱਕ ਵਾਰ ਤੇ ਭਾਈ ਮਰਦਾਨੇ ਦੇ ਮਨ 'ਚ ਖਿਆਲ ਆਇਆ ਵੀ ਪਰਿਵਾਰ ਕਿੱਥੇ ਜਾਊ, ਬੇਬੇ ਕਿੱਥੇ ਜਾਊ, ਬਾਪੂ ਕਿੱਥੇ ਜਾਊ, ਉਹ ਕਿੱਥੇ ਰਹਿਣਗੇ? ਪਰ ਹੁਣ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਚੁੱਕੀ। ਕਹਿੰਦੇ ਪਾਤਸ਼ਾਹ ਸਾਹਿਬ ਬਚਨ, ਉਹ ਕਿੱਡੇ ਵੱਡੇ ਭਾਗ ਹੋਣਗੇ ਜਿਹਨੂੰ ਰੱਬ ਕਹਿੰਦਾ ਮੈਨੂੰ ਤੇਰਾ ਸਾਥ ਚਾਹੀਦਾ। ਕਿੰਨੇ ਵੱਡੇ ਕੰਮ ਹੋਣਗੇ। ਗੁਰੂ ਸਾਹਿਬ ਦੇ ਨੇਤਰਾਂ 'ਚ ਅਥਰੂ ਸਨ ਪ੍ਰੇਮ ਦੇ ਮਰਦਾਨਿਆ। ਇੱਕੋ ਹੀ ਵਸਤੂ ਤੇਰੇ ਤੋਂ ਮੰਗੀ ਹੈ, ਜਿਹੜੀ ਦਾਤ ਤੇਰੇ ਕੋਲੇ ਆ ਦੁਨੀਆ ਵਿੱਚ ਕਿਸੇ ਕੋਲ ਨਹੀਂ ਹੋਣੀ। ਸਾਨੂੰ ਸਾਥ ਲਿਆ ਕਰੀ, ਇਕੱਠੇ ਮਿਲ ਕੇ ਪ੍ਰਭੂ ਦੇ ਗੁਣ ਗਾਇਆ ਕਰਾਂਗੇ। ਯੋ ਸੁਣ ਹਰਖ ਉਠਿਓ ਮਰਦਾਨਾ, ਉਚਰਿਓ ਸ੍ਰੀ ਨਾਨਕ ਕਲਿਆਣਾ। ਭਾਈ ਮਰਦਾਨਾ ਜੀ ਨੇ ਖੁਸ਼ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ। ਪਹਿਲੀ ਵਾਰ ਰਸਨਾ ਤੋਂ ਆਖਿਆ ਸਤ ਕਰਤਾਰ। ਆਖੋ ਸਤਨਾਮ। ਸੁਰਤ ਇੱਕ ਹੋ ਗਈ, ਸਰੀਰ ਭਾਵੇਂ ਦੋ ਨੇ, ਰੂਹ ਇੱਕ ਹੋ ਗਈ, ਅੰਦਰ ਇੱਕ ਹੋ ਗਿਆ। ਯਾਰੀ ਕਿਹਨੂੰ ਕਹਿੰਦੇ ਆ? ਪ੍ਰੇਮ ਕਿਹਨੂੰ ਕਹਿੰਦੇ ਆ? ਜਿੱਥੇ ਮੈਂ ਅਤੇ ਸੱਜਣ
ਇੱਕ ਹੋ ਜਾਈਏ। ਪਤਾ ਹੀ ਨਹੀਂ ਦੁਨੀਆ ਦਾ। ਭਾਈ ਮਰਦਾਨਾ ਆਇਆ ਸੀ ਮੰਗਣ, ਆਸ ਰੱਖ ਕੇ ਇੰਨਾ ਖੁਸ਼ ਹੋਇਆ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖਤਾ ਮੋਦੀ ਖਾਨੇ ਵਿੱਚ। ਕਹਿੰਦਾ ਮਾਲਕਾ ਤੂੰ ਸਾਥ ਮੰਗਿਆ, ਅੱਜ ਤੋਂ ਜਿੰਦੜੀ ਤੇਰੀ, ਆਖੋ ਸਤਨਾਮ ਸਭ ਕੁਛ ਤੇਰਾ, ਮੇਰਾ ਹੈ ਕੁਛ ਨਹੀਂ। ਫਿਰ ਬਾਣੀ ਕੀ ਕਹਿੰਦੀ, ਜਿਸ ਦਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਵਿਦ ਨੀਕੀ ਖਟਾਨੀ। ਕਹਿੰਦੇ ਉਹ ਸੱਜਣ ਜੀ ਨੇ ਮੈਨੂੰ ਆਪਣੇ ਵਰਗਾ ਬਣਾ ਲਿਆ। ਰੱਬ ਦਾ ਇਹ ਰੂਪ ਹੈ, ਰੱਬ ਦਾ ਇਹ ਰੰਗ ਹੈ। ਉਹ ਜਪਣ ਵਾਲਾ ਜਿਨ ਹਰ ਜਪਿਆ ਸੇ ਹਰ ਹੋਏ। ਜਿਨ੍ਹਾਂ ਨੇ ਰੱਬ ਨੂੰ ਜਪਿਆ ਉਹ ਰੱਬ ਵਰਗੇ ਹੋ ਗਏ। ਭਾਈ ਮਰਦਾਨੇ ਤੇ ਐਸੀ ਬਖਸ਼ਿਸ਼ ਗੁਰੂ ਸਾਹਿਬ ਨੇ ਕੀਤੀ, ਖੁਸ਼ ਹੋਏ। ਮਰਦ ਕਹਿੰਦੇ ਮੰਗ ਕੁਝ ਹੋਰ। ਕਹਿੰਦਾ ਮਾਲਕਾ ਝੋਲੀ ਵਿੱਚ ਥਾਂ ਹੀ ਹੋਰ ਨਹੀਂ, ਆਖੋ ਸਤਨਾਮ। ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ। ਪਾਤਸ਼ਾਹ ਕੀ ਮੰਗਾ, ਦੁਨੀਆ ਤੇ ਸਭ ਝੂਠ ਦਿਸਦਾ ਹੈ, ਕੁਝ ਵੀ ਸੱਚ ਨਜ਼ਰ ਨਹੀਂ ਆਉਂਦਾ। ਪਿਤਾ ਪਿਤਾ ਮੈਂ ਪਰ ਪੁਨ ਪਰ ਕੇ, ਵਰਣਨ ਨਾਮ ਕਰੀ ਜਗ ਗੁਰ ਕੇ। ਇੱਕ ਮਨ ਇੱਕ ਸੁਰ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਸ਼ਿਵ ਰਾਮ ਦੀ ਮਹਿਮਾ ਕੀਤੀ, ਪਿਤਾ ਕਲਿਆਣ ਚੰਦ ਦੀ ਮਹਿਮਾ ਗਾਈ। ਕਿਉਂਕਿ ਮਰਾਸੀਆਂ ਦੀ ਗੁਰ ਚਾਹੇ ਸਿਫਤ ਗਾਉਣਗੇ। ਜਿਵੇਂ ਭੱਟ ਹੁੰਦੇ ਨੇ ਉਹ ਬੰਸਾਵਲੀ ਗਾਉਂਦੇ ਆ ਪੂਰੇ ਪਰਿਵਾਰ ਦੀ, ਤੁਹਾਡੇ ਦਾਦਾ ਜੀ ਕਿੱਦਾਂ, ਤੁਹਾਡੇ ਪਿਤਾ ਜੀ ਕਿੱਦਾਂ, ਤੁਸੀਂ ਕੌਣ, ਤੁਹਾਡੇ ਪੁੱਤ ਪੋਤੇ ਕੈਸੇ, ਸਿਫਤਾਂ ਦੇ ਬੋਲ। ਕਹਿੰਦੇ ਭਾਈ ਮਰਦਾਨਾ ਜੀ ਦਾ ਦਿਲੋਂ ਗਾਏ। ਨਜ਼ਰ ਬਦਲ ਗਈ ਨਾ, ਨਜ਼ਾਰੇ ਬਦਲ ਗਏ। ਪਹਿਲਾਂ ਨਜ਼ਰ ਸੀ ਸਿਰਫ ਮਾਇਆ ਤੱਕ, ਕਿਤੇ ਮਾਇਆ ਮਿਲ ਜੇ। ਗੁਰੂ ਨਾਨਕ ਸਾਹਿਬ ਜੀ ਤੋਂ ਆਗਿਆ ਮੰਗੀ, ਕਹਿੰਦੇ ਪਾਤਸ਼ਾਹ ਹੁਣ ਆਗਿਆ ਹੈ। ਕਿਉਂਕਿ ਜਦੋਂ ਸਤਿਗੁਰ ਬੁਲਾਉਣਗੇ ਭਾਈ ਮਰਦਾਨਾ ਜੀ ਉਦੋਂ ਆਉਣਗੇ। ਸਿਰਫ ਅਜੇ ਸਾਥ ਮੰਗਿਆ, ਸਮਾਂ ਮੰਗਿਆ, ਵਕਤ ਮੰਗਿਆ, ਪਰ ਉਹ ਵਕਤ ਦੇਣਗੇ ਆਪਾਂ ਕਦੋਂ ਇਕੱਠੇ ਨਿਕਲਣਾ, ਕਦੋਂ ਘਰ-ਬਾਰ ਛੱਡਣਾ ਏ। ਸ਼ੁਭ ਗੁਣ ਸੰਗ ਕੀਨ ਪ੍ਰਸ਼ੰਸਾ, ਨਿਪਜਿਓ ਬੇਦੀ ਕੁਲ ਅਵਤੰਸ਼। ਹੁਣ ਭਾਈ ਮਰਦਾਨੇ ਦੇ ਅੰਦਰ ਦੇ ਖਿਆਲ ਬਦਲ ਗਏ। ਉਹਨੂੰ ਸ਼ਰਮ ਆਉਂਦੀ, ਮੈਂ ਦੁਨੀਆ ਦੇ ਕੋਲੋਂ ਕਿਉਂ ਮੰਗਦਾ ਬਈ, ਮੈਂ ਕਿਉਂ ਹੱਥ ਅੱਡਦਾ। ਇਹ ਤੇ ਇਕਾਗਰਤਾ ਦੀ ਗੱਲ ਹੈ। ਬਸ਼ਰਮੀ ਕੀ ਹੁੰਦੀ ਹੈ, ਬੜਿਆਤ ਹੁੰਦੀ ਹੈ। ਜਿਹੜਾ ਰੋਜ਼ ਮੰਗਣ ਲੱਗ ਜੇ ਉਹਨੂੰ ਸ਼ਰਮ ਚਲੇ ਜਾਂਦੀ, ਹਯਾ ਚਲੀ ਜਾਂਦੀ ਹੈ, ਫਰਕ ਹੀ ਨਹੀਂ ਪੈਂਦਾ। ਤੇ ਇੱਕ ਉਹ ਹੈ ਕਹਿੰਦਾ ਭੁੱਖਾ ਮਰ ਜਾਣਾ ਪਰ ਕਿਸੇ ਤੋਂ ਮੰਗਣਾ ਨਹੀਂ ਕੁਛ। ਭਾਈ ਮਰਦਾਨੇ ਦੀ ਅਵਸਥਾ ਚੇਂਜ ਹੋ ਗਈ। ਬੇਸ਼ਰਮ ਲੋਕ ਜਿਨ੍ਹਾਂ ਦੀ ਹਯਾ ਹੋ ਜੇ, ਕਦੇ ਸ਼ਰਮਾ ਸੰਗਾ ਰੱਖ ਸਕਦੇ ਆ, ਔਖਾ ਹੈ। ਪਰ ਵੇਖੋ ਕਦੇ ਮੰਗਣ ਵਾਲੇ ਸੀ, ਮਰਾਸੀਆਂ ਦੀ ਕੁਲ ਵਿੱਚੋਂ ਸੀ। ਹਰ ਘਰ ਵਿੱਚ ਜਾ ਕੇ ਮੰਗਣਾ, ਮਿੰਨਤਾਂ ਕਰਨੀਆਂ, ਗੁਣ ਗਾਉਣੇ, ਪੈਰ ਫੜਨੇ। ਤੇ ਅੱਜ ਭਾਈ ਮਰਦਾਨੇ ਦਾ ਅੰਦਰ ਇੰਨਾ ਬਦਲ ਗਿਆ, ਲੱਗਦਾ ਵੀ ਗੁਰੂ ਸਤਿਗੁਰ ਤੋਂ, ਇਹਨਾਂ ਦੇ ਪਰਿਵਾਰ ਤੋਂ ਬਗੈਰ ਮੰਗਣਾ ਮੇਰੇ ਲਈ ਮਰਨਾ ਹੋਏਗਾ। ਦੀਪਕ ਕਾਲੋ ਸਦਨ ਸਪੂਤਾ, ਇਕ ਉਦਾਰ ਲਜਤ ਪਹਰੂਤਾ। ਭਾਈ ਮਰਦਾਨਾ ਜੀ ਨੇ ਸਿਫਤ ਕੀਤੀ ਸਤਿਗੁਰਾਂ ਦੇ ਪਰਿਵਾਰ ਦੀ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਹੁਣ ਇਹ ਵੀ ਛੱਡ ਦੇ, ਸਿਫਤ ਕਰਿਆ ਕਰ ਨਿਰੰਕਾਰ ਦੀ, ਆਖ ਸਤਨਾਮ। ਛੱਡ ਦੁਨੀਆ ਦਾ ਕੀ, ਕਿਹਦੀ ਸਿਫਤ ਕਰੇਗਾ, ਸਭ ਮਿੱਟੀ ਹੈ, ਸਭ ਨੇ ਇੱਥੇ ਰਹਿ ਜਾਣਾ ਏ। ਇਹ ਛਿਨ ਪੰਕਜ ਲੋਚਨ ਚਾਰੂ, ਗਾਰਤੀ ਜਾਮਾ ਦੀਨ ਉਤਾਰੂ। ਜਦੋਂ ਭਾਈ ਮਰਦਾਨਾ ਸਤਿਗੁਰਾਂ ਦੇ ਸਾਹਮਣੇ ਹੱਥ ਜੋੜ ਕੇ ਬੈਠਾ, ਗੁਰੂ ਨਾਨਕ ਸਾਹਿਬ ਜੀ ਨੂੰ ਚੋੜਾ ਸਿਲਾ ਕੇ ਦਿੱਤਾ ਸੀ ਜੈ ਰਾਮ ਜੀ ਨੇ, ਬਹੁਤ ਕੀਮਤੀ ਜਾਮਾ ਕਹਿੰਦੇ ਜੀ। ਉਹਨਾਂ ਸਮਿਆਂ 'ਚ ਬਹੁਤ ਸੋਹਣੇ ਸੋਹਣੇ ਚੋੜੇ ਪੈਂਦੇ ਸੀ, ਮਹਿੰਗੀ ਤੋਂ ਮਹਿੰਗੀ ਸ਼ਗਨਾਂ ਦਾ ਸਮਾਂ ਸੀ। ਇੰਨੇ ਪ੍ਰਸੰਨ ਹੋਏ ਗੁਰੂ ਸਾਹਿਬ, ਇੰਨੇ ਖੁਸ਼ ਹੋਏ, ਬਾਬੇ ਨਾਨਕ ਨੇ ਆਪਣਾ ਚੋੜਾ ਉਤਾਰਤਾ। ਭਾਈ ਮਰਦਾਨੇ ਨੂੰ ਮਰਦ ਕਹਿੰਦੇ ਮਰਦਾਨਿਆ ਹੱਥ ਕਰ ਫੇਰ। ਆਪ ਪਾਤਸ਼ਾਹ ਨੇ ਚੂੜਾ ਲਾ ਕੇ ਭਾਈ ਮਰਦਾਨੇ ਨੂੰ ਪਹਿਨਾ ਦਿੱਤਾ। ਆਖੋ ਸਤਨਾਮ। ਰੂਪ ਬਣਾ ਲਿਆ ਜਿਵੇਂ ਪੱਗ ਵੱਟ ਭਰਾ ਹੁੰਦੇ ਆ, ਗੁਰੂ ਸਾਹਿਬ ਨੇ ਵਸਤਰ ਦਿੱਤੇ ਆ, ਆਪਣੀ ਪੁਸ਼ਾਕ ਭਾਈ ਮਰਦਾਨੇ ਨੂੰ ਬਖਸ਼ਿਸ਼ ਕੀਤੀ ਹੈ। ਏਤਕ ਦਰਬ ਦੀਤ ਭਈ ਸੰਗ, ਦੀਏ ਮਗਦਾਨੇ ਸੰਗ ਮੰਗ। ਘੁੱਟ ਕੇ ਗੁਰੂ
ਸਾਹਿਬ ਨੇ ਗਲ ਦੇ ਨਾਲ ਭਾਈ ਮਰਦਾਨੇ ਨੂੰ ਲਾਇਆ, ਕਹਿੰਦੇ ਭਾਈ ਮਰਦਾਨੇ ਦੀ ਜ਼ਿੰਦ ਬਦਲ ਗਈ, ਜੀਵਨ ਬਦਲ ਗਿਆ, ਨੁਹਾਰ ਬਦਲ ਗਈ, ਖਿਆਲ ਬਦਲ ਗਏ। ਸਤਿਗੁਰ ਕਹਿੰਦੇ ਬਾਲਿਆ ਵੇਖ ਤਜੋਰੀ ਚ ਕੀ ਪਿਆ, ਚੰਗੀ ਚੋਖੀ ਮਾਇਆ ਇਕੱਠੀ ਹੋਈ ਸੀ ਸਵੇਰ ਦੀ। ਗੁਰੂ ਸਾਹਿਬ ਨੇ ਹੱਥ ਭਰਿਆ, ਮਰਦਾਨੇ ਨੂੰ ਆਖਿਆ, ਕਹਿੰਦੇ ਝੋਲੀਆਂ ਡੱਲਾ, ਮਾਇਆ ਭਰ ਦਿੱਤੀ, ਗਲ ਲਾ ਕੇ ਕਿਹਾ ਅੱਜ ਤੋਂ ਤੂੰ ਜਾਤ ਦਾ ਮਰਾਸੀ ਨਹੀਂ, ਅੱਜ ਤੋਂ ਤੂੰ ਮੰਗਣ ਵਾਲਾ ਨਹੀਂ, ਮਰਦਾਨਿਆ ਤੂੰ ਮਿੱਤਰ ਪਿਆਰਾ ਹੈ ਸਾਡਾ, ਆਖੋ ਸਤਿਨਾਮ। ਮਿੱਤਰ ਕਦੇ ਮਿੱਤਰਾਂ ਤੋਂ ਮੰਗਦੇ ਨਹੀਂ ਹੁੰਦੇ, ਮਿੱਤਰ ਮਿੱਤਰਾਂ ਤੇ ਹੱਕ ਰੱਖਦੇ ਆ, ਖੋ ਲੈਂਦੇ ਚੀਜ਼ ਜਿਹੜੀ ਪਸੰਦ ਆਉਂਦੀ, ਮੰਗੀ ਦਾ ਥੋੜਾ ਹੁੰਦਾ। ਮਰਦ ਕਹਿੰਦੇ ਮਰਦਾਨਿਆ ਮੰਗਣਾ ਨਹੀਂ ਕੁਛ, ਕਹਿੰਦੇ ਪਾਤਸ਼ਾਹ ਸਤ ਬਚਨ, ਮਾਇਆ ਨਾਲ ਝੋਲੀ ਕਰਤੀ, ਕੀਮਤੀ ਵਸਤਰ ਉਹ ਵੀ ਬਖਸ਼ ਦਿੱਤੇ, ਆਪਣੀ ਪੁਸ਼ਾਕ ਲਾ ਕੇ, ਤੋਂ ਵੱਡਾ ਕੀ ਹੁੰਦਾ। ਸਾਡੇ ਗੁਰੂ ਸਾਹਿਬ ਦਾ ਬੜਪਣ ਹੈ। ਅੱਜ ਵੀ ਸੱਚੇ ਪਾਤਸ਼ਾਹ ਦੀਆਂ ਬਖਸ਼ੀਆਂ ਸਿੱਖ ਪਰਿਵਾਰਾਂ ਨੂੰ ਪੁਸ਼ਾਕਾਂ, ਜੋੜੇ, ਦਸਤਾਰਾਂ, ਤੀਰਥਵਾਨ, ਸੋਹਣੀਆਂ ਸ੍ਰੀ ਸਾਹਿਬ, ਸੋਹਣੀਆਂ ਢਾਲਾਂ, ਸੋਹਣੇ ਜੋੜੇ, ਜਿਹੜੀ ਕੀਮਤੀ ਵਸਤੂ ਮਰਦ ਦੀ ਆਪਣੀ ਹੁੰਦੀ ਸੀ ਨਾ, ਮਰਦ ਇੰਨੇ ਪ੍ਰਸੰਨ ਹੁੰਦੇ ਉਹ ਦੇ ਦਿੰਦੇ ਸੀ। ਤੇ ਪ੍ਰੇਮ ਦੀ ਨਿਸ਼ਾਨੀ ਕੀ ਹੈ? ਪ੍ਰੇਮ ਇਹ ਹੁੰਦਾ ਹੈ ਤੁਸੀਂ ਜਿਸ ਸੱਜਣ ਨੂੰ ਪ੍ਰੇਮ ਕਰਦੇ ਹੋ ਆਪਣੀ ਪਾਈ ਹੋਈ ਕੀਮਤੀ ਚੀਜ਼ ਲਾ ਕੇ ਦੇ ਦੋਗੇ, ਤੇ ਇੱਥੋਂ ਵੱਧ ਕੇ ਦਾ ਕੁਝ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਸੀ ਸਭ ਤੋਂ ਪਹਿਲੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਮਰਦ ਨੇ ਭਾਈ ਮਰਦਾਨਾ ਦੀ ਤੋਂ ਕੀਤੀ ਹੈ। ਆਪਣੀ ਕੀਮਤੀ ਪੁਸ਼ਾਕ ਲਾ ਕੇ ਆਪਣੇ ਪਰਮ ਮਿੱਤਰ ਭਾਈ ਮਰਦਾਨੇ ਨੂੰ ਬਖਸ਼ਿਸ਼ ਕੀਤੀ ਹੈ। ਪਹਿਰ ਅੰਗ ਹਿਰਦੇ ਸੁਖ ਪਾਈ, ਕਹੇ ਬੋਰ ਮੁਝ ਦੇਹੁ ਰਜਾਈ। ਹੁਣ ਭਾਈ ਮਰਦਾਨਾ ਜੀ ਨੂੰ ਸਤਿਗੁਰ ਪੁੱਛਦੇ, ਕਹਿੰਦੇ ਮਰਦ ਪੁੱਛਦੇ ਕੀ ਚਾਹੀਦਾ ਹੈ? ਕਹਿੰਦਾ ਪਾਤਸ਼ਾਹ ਆਗਿਆ ਦੇ ਦਿਓ। ਇੰਨਾ ਖੁਸ਼ ਸੀ, ਇੰਨਾ ਪ੍ਰਸੰਨ ਸੀ, ਕਿਉਂਕਿ ਸਮਾਂ ਹੋ ਰਿਹਾ, ਉਹਨਾਂ ਚਲੇ ਜਾਣਾ ਹੈ। ਮਰਦ ਨੇ ਕਿਹਾ ਸੀ ਮਰਦਾਨਿਆ ਕੋਈ ਸਮਾਂ ਆਏਗਾ ਤੈਨੂੰ ਲੈਣ ਆਉਂਗੇ, ਲੈ ਕੇ ਚੱਲਾਂ। ਕਹਿੰਦੇ ਸਤਿਗੁਰ ਹੁਣ ਹੁਕਮ ਤੋਂ ਬਾਹਰ ਨਹੀਂ ਨੇ। ਗੁਰੂ ਸਾਹਿਬ ਤੋਂ ਆਗਿਆ ਮੰਗੀ ਭਾਈ ਮਰਦਾਨਾ ਜੀ ਨੇ। ਮਰਦ ਨੇ ਖੁਸ਼ ਹੋ ਕੇ ਪਤਾਸਿਆਂ ਨਾਲ ਝੋਲੀ ਭਰਤੀ, ਆਪਣੇ ਵੱਲੋਂ ਸ਼ਗਨਾਂ ਦੀ ਮਠਿਆਈ ਦਿੱਤੀ ਹੈ। ਜਾਵੋ ਸਦਨ ਨਗਰ ਤਲਵੰਡੀ, ਤਬ ਪਿਤ ਸੰਗ ਹੈ ਹੋ ਦੁਖ ਖੰਡੀ। ਸਤਿਗੁਰ ਕਹਿੰਦੇ ਸਾਡੇ ਪਰਿਵਾਰ ਤੋਂ ਵੀ ਆ ਕੇ ਮੰਗਣਾ ਨਹੀਂ, ਮਰਦਾਨਿਆ ਜਦ ਲੋੜ ਹੋਏਗੀ ਆ ਕੇ ਹੁਕਮ ਸੁਣਾਉਣਾ ਕਰੇ, ਮਰਾਸੀ ਬਣ ਕੇ ਨਾ ਕਰੇ। ਜਿਹੋ ਜੇ ਮੇਰੇ ਪਿਤਾ ਹੋ ਜੇ ਤੇਰੇ ਪਿਤਾ, ਸਾਡੇ ਪਿਤਾ ਨੂੰ ਆ ਕੇ ਕਹਿਣਾ ਮੈਨੂੰ ਇਸ ਵਸਤੂ ਦੀ ਲੋੜ ਹੈ, ਮੈਨੂੰ ਇਹ ਚਾਹੀਦਾ ਹੈ। ਇਸ ਘਰ ਤੋਂ ਬਗੈਰ ਮਰਦਾਨਿਆ ਕਿਸੇ ਹੋਰ ਘਰ ਨਹੀਂ ਮੰਗਣਾ, ਆਖੋ ਸਤਿਨਾਮ। ਨੇਤਰ ਭਾਈ ਐਡਾ ਵੱਡਾ, ਕਿਉਂਕਿ ਸੱਜਣ ਕਦੇ ਨਹੀਂ ਚਾਹੁੰਦਾ ਮੇਰਾ ਸੱਜਣ ਕਿਸੇ ਹੋਰ ਅੱਗੇ ਹੱਥ ਅੱਗੇ ਕਿਸੇ ਹੋਰ ਕੋਲ ਜਾ ਕੇ ਮੰਗੇ। ਗੁਰੂ ਸਾਹਿਬ ਨੇ ਸਪਸ਼ਟ ਕਹਿਤਾ ਮਰਦਾਨਿਆ ਤੇਰਾ ਘਰ ਹੈ, ਰਾਏ ਭੋਏ ਦੀ ਤਲਵੰਡੀ ਜਾ, ਜਿਸ ਵਸਤੂ ਦੀ ਲੋੜ ਹੋਏਗੀ ਹੁਕਮ ਲਾਇਆ ਕਰੇ, ਦੱਸ ਦਿਆ ਕਰੇ। ਇਹ ਸੁਨੇਹਾ ਗੁਰੂ ਸਾਹਿਬ ਨੇ ਪਿਤਾ ਜੀ ਨੂੰ ਵੀ ਭੇਜਿਆ, ਕੋਈ ਭਾਈ ਮਰਦਾਨੇ ਨੂੰ ਕਦੇ ਮੰਗਣਾ ਪਵੇ ਨਾ। ਬੋਲੇ ਸ਼੍ਰੀ ਨਾਨਕ ਸੁਖ ਰਾਸੀ, ਤੂੰ ਹੈ ਬੇਦੀ ਬੰਸ ਮੇਰਾਸੀ। ਮਰਦ ਕਹਿੰਦੇ ਹੋ ਬੇਦੀਆਂ ਦੀ ਵੰਸ ਦੇ ਮਰਾਸੀ ਆ, ਦਰ ਦਰ ਤੇ ਮੰਗਣਾ ਛੱਡ ਦੇ, ਕਿਸੇ ਕੋਲ ਨਾ ਮੰਗਣ ਜਾਣੀ, ਕਿਉਂਕਿ ਸਾਨੂੰ ਹੁਣ ਤੇਰੀ ਲਾਜ ਹੈ, ਤੂੰ ਹੁਣ ਸਾਡਾ ਹੈ। ਸਾਡਾ ਹੋ ਕੇ ਕਿਸੇ ਹੋਰ ਅੱਗੇ ਆਸ ਰੱਖੇ ਕੋਈ ਪੈਦਾ ਨਹੀਂ ਸਕਦਾ। ਗੁਰੂ ਸਾਹਿਬ ਨੇ ਬੜੇ ਪਿਆਰ ਤੇ ਪ੍ਰੇਮ ਦੇ ਬਚਨ ਆਖੇ। ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਵੈਸੇ ਤੇ ਲੋੜ ਨਹੀਂ, ਜਦ ਵੀ ਹੋਇਆ ਕਰੂ ਮੈਂ ਤੁਹਾਡੇ ਪਿਤਾ ਤੋਂ ਮੰਗ ਲਿਆ ਕਰੂ, ਉਹਨਾਂ ਨੂੰ ਜਾ ਕੇ ਕਹਿ ਦਿਆ ਕਰੋ। ਗੁਰੂ ਸਾਹਿਬ ਕਹਿੰਦੇ ਜਾ ਘਰੇ ਜਾ ਆਨੰਦ ਲੈ, ਅੱਜ ਤੈਨੂੰ ਬਖਸ਼ਿਸ਼ ਦਿੱਤੀ ਹੈ। ਗੁਣ ਦੇਤਾ ਬਹੁਤ ਵੱਡਾ, ਪਰ ਰਬਾਬ ਕੋਲੇ ਨਹੀਂ। ਗੁਣ ਬਖਸ਼ਿਆ ਉਸ ਚੀਜ਼ ਦਾ ਗੁਣ ਬਖਸ਼ਦਾ ਜਿਸ ਚੀਜ਼ ਨੂੰ ਭਾਈ ਮਰਦਾਨੇ ਨੇ ਜ਼ਿੰਦਗੀ 'ਚ ਕਦੇ ਹੱਥ ਹੀ ਨਹੀਂ ਲਾਇਆ। ਤੇ ਗੁਣ ਵੀ ਐਸਾ ਅੱਜ ਵੀ ਪੂਰੇ ਵਰਲਡ ਵਿੱਚ ਭਾਈ ਮਰਦਾਨਾ ਜੀ ਦੀ ਕੋਲਾਨਾ ਦੇਵੀ ਜਿਹੜਾ ਮਿਊਜ਼ਿਕ ਉਹਨਾਂ ਕੋਲੇ ਹੈ। ਅੱਜ ਜਿਹੜੇ ਸਾਡੇ ਮੁਸਲਮਾਨ ਭਰਾ ਗੀਤਕਾਰ ਨੇ ਸਾਡੇ ਪੰਜਾਬ 'ਚ ਵੀ ਜਾਂ ਰਹਿੰਦੇ ਪੰਜਾਬ 'ਚ ਵੀ, ਭਾਈ ਮਰਦਾਨੇ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਨੂੰ ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਕਿਣਕੇ ਵੇਲੇ ਹੋਏ ਨੇ। ਐਸੀ ਕਲਾ ਸੀ ਭਾਈ ਮਰਦਾਨਾ ਜੀ ਦੀ, ਜੇ ਉਹ ਸ਼ਬਦ ਪੜ੍ਹਦੇ ਸੀ ਨਾ ਸੁਣ ਕਰਕੇ ਰੱਖ ਦਿੰਦੇ ਸੀ ਦੁਨੀਆ। ਅੱਗੇ ਆਉਣ ਵਾਲੇ ਸਮੇਂ 'ਚ ਆਊਗਾ ਤਾਨਸੈਨ ਨੂੰ ਤਾਨਸੈਨ ਕਿਉਂ ਕਹਿੰਦੇ ਸੀ? ਜੇ ਰਾਗ ਦੀਪਕੀ ਪੜ੍ਹਦਾ ਸੀ ਬੁਝੇ ਹੋਏ ਦੀਵੇ ਨੂੰ ਅੱਗ ਲਾ ਦਿੰਦਾ ਸੀ ਰਾਗ। ਜੇ ਮੇਘ ਰਾਗ ਪੜ੍ਹਿਆ
ਤੇ ਬਾਰਿਸ਼ਾਂ ਦੇ ਛਰਾਟੇ ਆਉਣ ਲੱਗ ਪੈਂਦੇ ਸੀ, ਭਾਵੇਂ ਗਰਮੀ ਕਿਉਂ ਨਾ ਹੋਵੇ। ਰਾਗਾਂ ਵਿੱਚ ਐਡੀ ਕਲਾ ਏ, ਪਰ ਮਾਫ ਕਰਿਓ ਅੱਜ ਸਾਡੀ ਕੌਮ ਚੋਂ ਰਾਗ ਅਲੋਪ ਹੁੰਦੇ ਜਾਂਦੇ ਨੇ। ਸਾਡਾ ਵੀ ਕੰਨ ਰਸ ਬਣ ਗਿਆ, ਸੁਣਾਉਣ ਵਾਲੇ ਵੀ ਤਰਜਾਂ ਸੁਣਾਉਂਦੇ ਆ, ਪਰ ਭਾਈ ਮਰਦਾਨਾ ਜੀ ਦੀ ਕੁੱਲ ਜਿਨ੍ਹਾਂ ਦੇ ਉੱਤੇ ਬੜੀ ਕਿਰਪਾ ਹੈ, ਉਹ ਅੱਜ ਵੀ ਇਸ ਰਾਗ ਨੂੰ ਸੁਰਜੀਤ ਕਰ ਰਹੇ ਨੇ। ਸਿੱਖ ਕੌਮ ਦੇ ਵਿੱਚ ਉਹ ਰਾਗ ਫਿਰ ਤੋਂ ਪ੍ਰਚਲਿਤ ਹੋਣ ਲੱਗੇ ਨੇ। ਮਰਦ ਕਿਰਪਾ ਕਰਨ ਕਿਤੇ ਰਾਗ ਦੀ ਜਿੱਦਣ ਸੁਧ ਆ ਗਈ, ਸਮਝ ਆ ਗਈ, ਤੇ ਸੱਚੀ ਰਾਗ ਤੋਂ ਬਿਨਾਂ ਫਿਰ ਕੁਝ ਵੀ ਸੁਣਨਾ ਚੰਗਾ ਨਹੀਂ ਲੱਗੂਗਾ। ਤੇ ਬੜੀਆਂ ਬੇਅੰਤ ਰੂਹਾਂ ਜਿਹੜੀਆਂ ਰਾਗਾਂ ਵਾਲਾ ਕੀਰਤਨ ਸਰਵਣ ਕਰਦੀਆਂ ਨੇ, ਇਹ ਬਖਸ਼ਿਸ਼ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਦੀ ਬਖਸ਼ੀ, ਤੇ ਉਹ ਬਖਸ਼ਿਸ਼ ਅੱਗੇ ਅੱਗੇ ਸਾਰੀ ਦੁਨੀਆ ਤੇ ਵੰਡੀ ਜਾ ਰਹੀ ਹੈ। ਇੰਨੇ ਮਹਾਨ ਪੁਰਸ਼ ਨੇ ਉਹ, ਜਿਨ੍ਹਾਂ ਦਾ ਜੀਵਨ ਦੇ ਵਰਤਾਂਤ ਦਾ ਕਵੀ ਜੀ ਨੇ ਜ਼ਿਕਰ ਕੀਤਾ। ਸੋ ਸਮਾਪਤੀ ਹੈ ਸਮੇਂ ਦੀ, ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਨਗੇ ਕੱਲ ਦੇ ਪਰਸੋਂ ਦੇ ਦੀਵਾਨਾਂ ਵਿੱਚ ਜੁੜ ਕੇ ਸਰਵਣ ਕਰਾਂਗੇ। ਵਾਹਿਗੁਰੂ।